ਵਾਹਿਗੁਰੂ ਸਾਹਿਬ ਜੀਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਪਰੇ ਕੀ ਰਾਖੋ ਸ਼ਰਮ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਲਿਖੈ ਕਤਹਿ ਨਾ ਛੋਟੀਐ, ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰਿ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਾਟ ਅੰਤਰ ਹੈ ਸਾਸਾ। ਇਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 50। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰਿ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਾਟ ਅੰਤਰ ਹੈ ਸਾਸਾ। ਇਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 50। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਹਰਿ ਜੀਓ ਤੁਮ ਆਪੇ ਦੇਹੁ 부ਝਾਈ। ਹਰਿ ਜੀਓ ਤੁਧ ਵਿਟੋ ਵਾਰਿਆ ਸਦਹੀ, ਤੇਰੇ ਨਾਮ ਵਿਟੋ ਬਲ ਜਾਈ। ਹਰਿ ਜੀਓ ਤੁਮ ਆਪੇ ਦੇਹੁ 부ਝਾਈ। ਹਰਿ ਜੀਓ
ਤੁਧ ਬਿਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਚੱਲ ਕਰਕੇ ਇਕੱਤਰ ਹੋਏ ਹੋ। ਸਤਿਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਤਮਾਮ ਗੁਰੂ ਨਾਨਕ ਨਾਮ ਲੇਵਾ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ, ਉੱਥੇ ਸਾਡੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਵੀ ਕੀਤੀ ਹੈ। ਅਸਥਾਨਾਂ ਦੀ ਨਿਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖ ਵਾਕ ਸਾਨੂੰ ਪ੍ਰਾਪਤ ਹੁੰਦਾ ਹੈ, ਉਸ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਰਲ ਮਿਲ ਕਰਕੇ ਸ਼ਰਵਣ ਕਰਦੇ ਹਾਂ। ਅੱਜ ਦਾ ਇਹ ਪਾਵਨ ਜੋ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗਣੀ ਦੇ ਵਿੱਚ ਇਹ ਪਾਵਨ ਸ਼ਬਦ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਤੀਸਰੇ ਸਵਰੂਪ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਨਿਮਾਣਿਆਂ ਦੇ ਮਾਣ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 601 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੋਰਠ ਰਾਗਣੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਉਚਾਰਨ ਕਰਦੇ ਹਨ। ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ। ਇਸ ਪਾਵਨ ਸ਼ਬਦ ਵਿੱਚ ਸਤਿਗੁਰਾਂ ਨੇ ਗੁਰੂ ਦੇ ਉੱਤੇ ਭਾਵਨਾ ਰੱਖਣ ਵਾਲਾ ਗੁਰਮੁਖ ਜੋ ਗੁਰ ਕਹੈ ਸੋਈ ਪਲ ਮਾਨਹੁ, ਹਰ ਹਰ ਕਥਾ ਨਿਰਾਲੀ।
ਜੋ ਵੀ ਗੁਰੂ ਕਰਦਾ ਹੈ, ਜੋ ਪਰਮਾਤਮਾ ਵਾਹਿਗੁਰੂ ਕਰਦਾ, ਉਹਨੂੰ ਮਿੱਠਾ ਕਰਕੇ ਭਾਣੇ ਨੂੰ ਮੰਨੇ, ਉਹਨੂੰ ਗੁਰਮੁਖ ਕਹਿੰਦੇ ਨੇ। ਐਸੀ ਗੁਰਮੁਖ ਅਵਸਥਾ ਵਾਲਾ ਜਦੋਂ ਗੁਰੂ ਪਿਆਰਾ ਸਤਿਗੁਰਾਂ ਦੇ ਸਨਮੁਖ ਆ ਕਰਕੇ ਸਜਿਆ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਪਾਸ ਬੇਨਤੀਆਂ ਕਿਵੇਂ ਕਰਨੀਆਂ ਚਾਹੀਦੀਆਂ ਨੇ। ਗੁਰਮੁਖ ਦੀ ਦ੍ਰਿਸ਼ਟੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਇੱਕ ਇੱਕ ਜੀਵ ਦੇ ਰੋਮ ਰੋਮ ਦੇ ਵਿੱਚੋਂ ਦਿਸਦਾ ਹੈ, ਕਿਉਂਕਿ ਉਹਦੀ ਅਵਸਥਾ ਹੈ ਗੁਰਮੁਖ ਰੋਮ ਰੋਮ ਹਰਿ ਧਿਆਵੈ। ਰੋਮ ਰੋਮ ਦੇ ਵਿੱਚੋਂ ਨਾਮ ਵੀ ਚੱਲਦਾ ਹੈ ਤੇ ਦੂਸਰੇ ਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਨੂੰ ਤੱਕਦਾ ਵੀ ਹੈ। ਏਡੀ ਉੱਚੀ ਅਵਸਥਾ ਵਾਲੇ ਗੁਰਮੁਖ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ ਕਿ ਇਉਂ ਬੇਨਤੀ ਕਰਨੀ, ਹਰ ਜੀਓ ਤੁਧਨੋਂ ਸਦਾ ਸਲਾਹੀ ਪਿਆਰੇ। ਹੇ ਮੇਰੇ ਪਿਆਰੇ, ਮੇਰੇ ਦਿਲ ਦੇ ਵਿੱਚ ਵਸਣ ਵਾਲੇ ਹਰੀ ਪਰਮਾਤਮਾ ਜੀਓ, ਮੈਂ ਹਮੇਸ਼ਾ ਵਾਸਤੇ ਤੁਧਨੋਂ ਤੁਹਾਨੂੰ ਸਦਾ ਸਦਾ ਹੀ ਸਲਾਹੀ ਸਲਾਹੁਣਾ ਕਰਦਾ ਹਾਂ। ਗੁਰਮੁਖ ਹੀ ਪਰਮਾਤਮਾ ਦੀ ਸਲਾਹੁਤਾ ਕਰਦੇ ਨੇ, ਉਹਨਾਂ ਨੂੰ ਤੇ ਕਦੇ ਵਿਸਰਦਾ ਨਹੀਂ, ਭੁੱਲਦਾ ਨਹੀਂ, ਸਾਨੂੰ ਯਾਦ ਨਹੀਂ ਆਉਂਦਾ। ਇੰਨਾ ਹੀ ਫਰਕ ਸਾਡੇ ਵਿੱਚ ਤੇ ਗੁਰਮੁਖਾਂ ਦੇ ਵਿੱਚ। ਗੁਰੂ ਦੇ ਪਿਆਰੇ ਗੁਰਮੁਖ ਸੱਜਣਾ, ਇਉਂ ਬੇਨਤੀ ਕਰੀਏ, ਹੇ ਪਿਆਰੇ ਹਰੀ ਪਰਮਾਤਮਾ ਜੀਓ, ਮੈਂ ਸਦਾ ਸਦਾ ਵਾਸਤੇ ਆਪ ਜੀ ਨੂੰ ਸਲਾਹੀ ਸਲਾਹੁਣਾ ਕਰਦਾ ਹਾਂ, ਤੁਹਾਡੀਆਂ ਸਿਫਤਾਂ ਕਰਦਾ, ਤੁਹਾਡੇ ਨਾਮ ਦੇ ਨਾਲ ਮੈਂ ਤੁਹਾਡੀ ਕੀਰਤੀ ਵਡਿਆਈ ਕਰਦਾ ਹਾਂ। ਜਿਚਰ ਘਾਟ ਅੰਤਰ ਹੈ ਸਾਸਾ। ਜਿਚਰ ਦਾ ਅਰਥ ਹੈ ਜਿੰਨਾ ਚਿਰ ਮੇਰੇ ਘਟ ਸਰੀਰ ਦੇ ਅੰਦਰ ਸਾਸਾ ਸਵਾਸ ਚੱਲਦੇ ਨੇ, ਮੈਂ ਇੱਕ ਇੱਕ ਸਵਾਸ ਦੇ ਨਾਲ ਪਰਮਾਤਮਾ ਵਾਹਿਗੁਰੂ ਤੈਨੂੰ ਯਾਦ ਕਰਦਾ ਰਹਾਂ। ਐਸੀ ਮੇਰੇ ਉੱਤੇ ਕਿਰਪਾ ਕਰੋ, ਮਿਹਰ ਦੀ ਦ੍ਰਿਸ਼ਟੀ ਕਰੋ ਕਿ ਅਖੀਰਲੇ ਸਵਾਸ ਦੇ ਤੱਕ ਮੈਂ ਜੁੜਿਆ ਰਹਾਂ, ਆਪ ਜੀ ਦੀ ਸਦਾ ਹੀ ਸਲਾਹੁਤਾ ਕਰਦਾ ਰਹਾਂ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ। ਹੇ ਸਰਬ ਜੀਆਂ ਦੇ ਸੁਆਮੀ ਮਾਲਕ ਪਰਮਾਤਮਾ ਵਾਹਿਗੁਰੂ ਜੀ, ਜੇਕਰ ਤੁਸੀਂ ਸਾਨੂੰ ਇੱਕ ਪਲ ਦਾ ਸਮਾਂ ਵਿਸਰ ਜਾਂਦੇ ਹੋ, ਪਲ ਦਾ ਸਮਾਂ ਕਿੰਨਾ ਛੋਟਾ ਮੰਨਿਆ, ਇੱਕ ਘੜੀ ਦਾ 60ਵਾਂ ਜਿਹੜਾ ਹਿੱਸਾ ਹੁੰਦਾ ਉਹ ਪਲ ਮੰਨਿਆ ਜਾਂਦਾ। ਇੱਕ ਘੜੀ ਜਿਹੜੀ ਹੈ ਅੱਜ ਦੇ ਸਮੇਂ ਅਨੁਸਾਰ 24 ਮਿੰਟ ਦੀ ਘੜੀ ਮੰਨੀ ਹੈ। 24 ਮਿੰਟ ਦੀ ਘੜੀ ਦਾ 60ਵਾਂ ਹਿੱਸਾ ਅੰਦਾਜ਼ਾ ਲਾ ਲਓ ਕਿੰਨਾ ਕੁ ਸਮਾਂ ਹੈ। ਜੇ ਕਿਤੇ ਇੰਨਾ ਵੀ ਸਮਾਂ, ਪਲ ਜਿੰਨਾ ਸਮਾਂ ਮੈਨੂੰ ਵਿਸਰੇ, ਤੁਸੀਂ ਭੁੱਲ ਜਾਂਦੇ ਹੋ। ਨਾਲ ਸ਼ਬਦ ਵਰਤਿਆ ਸਤਿਗੁਰਾਂ ਨੇ ਖਿਨ। ਖਿਨ ਸਾਧ ਸੰਗਤ ਜੀ ਜਿਹੜਾ ਘੱਟ ਸ਼ਬਦ ਕਹਿੰਦੇ ਆ, 2 ਖਿਨ ਵਰਤ ਜਾਂਦੇ ਨੇ। ਤੇ ਜਦੋਂ ਕੋਈ ਪਿੱਪਲ ਦਾ ਪੱਤਾ ਲੈ ਕੇ ਸੂਈ ਨਾਲ ਉਹਦੇ ਵਿੱਚ ਸੁਰਾਖ ਕਰਨਾ ਕਰੇ, ਜਿੰਨਾ ਸਮਾਂ ਸੂਈ ਨਾਲ ਪਿੱਪਲ ਦੇ ਪੱਤੇ ਵਿੱਚ ਸੁਰਾਖ ਕਰਨ ਨੂੰ ਲੱਗਦਾ, ਇੰਨੇ ਸਮੇਂ ਦੇ ਅੰਦਰ 4 ਖਿਨ ਦਾ ਸਮਾਂ ਗੁਜ਼ਰ ਜਾਂਦਾ। ਇੰਨਾ ਥੋੜ੍ਹੇ ਤੋਂ ਥੋੜ੍ਹਾ ਸਮਾਂ, ਚਾਹੇ ਉਹ ਪਲ ਦਾ ਸਮਾਂ ਹੋਵੇ, ਚਾਹੇ ਖਿਨ ਦਾ ਸਮਾਂ ਹੋਵੇ, ਪਰਮਾਤਮਾ ਜੀ ਜਦੋਂ ਤੁਸੀਂ ਸਾਨੂੰ ਵਿਸਰ ਜਾਂਦੇ, ਭੁੱਲ ਜਾਂਦੇ ਹੋ। ਜਾਣੋ ਬਰਸ 50। ਮੈਂ ਤੇ ਇੰਨੇ ਥੋੜ੍ਹੇ ਸਮੇਂ ਨੂੰ, ਖਿਨ ਤੇ ਪਲ ਦੇ ਸਮੇਂ ਨੂੰ ਬਰਸ 50, 50 ਸਾਲਾਂ ਦੇ ਬਰਾਬਰ ਸਮਝਦਾ ਹਾਂ ਕਿ ਇੰਨਾ ਵੀ ਸਮਾਂ ਪਰਮਾਤਮਾ ਭੁੱਲ ਗਿਆ, ਵਾਹਿਗੁਰੂ ਦੀ ਯਾਦ ਕਿਤੇ ਵਿਸਰ ਗਈ ਤਾਂ ਮੇਰੀ ਜ਼ਿੰਦਗੀ ਦੇ 50 ਸਾਲ ਜਿਹੜੇ ਬਰਬਾਦ ਹੋ ਗਏ। ਇੰਨਾ ਵਿਛੋੜੇ ਦੇ ਅੰਦਰ ਗੁਰੂ ਦਾ ਪਿਆਰਾ ਗੁਰਮੁਖ ਤਾਂਘ ਕਰਦਾ ਹੈ ਪਰਮਾਤਮਾ ਦਾ ਚਿੰਤਨ ਸਿਮਰਨ ਕਰਨ ਦੀ। ਇੱਕ ਇੱਕ ਸਵਾਸ ਨੂੰ ਸਾਂਭਦਾ ਹੈ, ਇੱਕ ਇੱਕ ਦਿੱਤੇ ਪ੍ਰਾਣ ਨੂੰ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਲੇਖੇ ਵਿੱਚ ਲਾਉਣ ਦਾ ਯਤਨ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਗੁਰਮੁਖ ਦੀ ਅਵਸਥਾ ਬਿਆਨ ਕਰਦੇ ਨੇ। ਜੇ ਇੰਨਾ ਖਿਨ ਪਲ ਦਾ ਸਮਾਂ ਪਰਮਾਤਮਾ ਭੁੱਲ ਜਾਵੇ,
ਉਹ ਜਾਣਦਾ ਕਿ ਮੇਰੀ ਤਾਂ ਜ਼ਿੰਦਗੀ ਦੇ 50 ਸਾਲਾਂ ਦਾ ਸਮਾਂ ਇਹ ਗੁਜ਼ਰ ਗਿਆ ਹੈ। ਹਮ ਮੂੜ ਮੁਗਦ ਸਦਾ ਸੇ ਭਾਈ। ਫਿਰ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਹੈ। ਗੁਰਮੁਖ ਨੇ ਨਿਮਰਤਾ ਦੇ ਵਿੱਚ ਆ ਕਰਕੇ ਮਹਾਰਾਜ ਹਮ ਮੂੜ, ਤੇ ਨਾਲ ਹੀ ਸ਼ਬਦ ਮੁਗਧ ਵੀ ਲਿਖਿਆ ਹੈ। ਮੂੜ ਦਾ ਅਰਥ ਹੈ ਦੁਨੀਆ ਦੇ ਧੰਦਿਆਂ ਦਾ ਮੈਨੂੰ ਚੱਜ ਨਹੀਂ ਹੈ। ਦੁਨੀਆ ਦੇ ਅੰਦਰ ਕਿਵੇਂ ਧੰਦੇ ਕਰਨੇ ਨੇ, ਕਿਵੇਂ ਲੋਕਾਂ ਨਾਲ ਮਿਲਵਰਤਨ ਲੈਣ ਦੇਣ ਕਰਨਾ, ਦੁਨਿਆਵੀ ਧੰਦਿਆਂ ਤੋਂ ਜਿਹੜੀ ਮੱਤ ਸਖਣੀ ਹੋਣੀ ਉਹ ਬੰਦਾ ਮੂੜ ਮੰਨਿਆ ਜਾਂਦਾ। ਦੁਨੀਆ ਦੇ ਧੰਦਿਆਂ ਦਾ ਵੀ ਮੈਨੂੰ ਚੱਜ ਨਹੀਂ ਹੈ। ਮੁਗਧ ਦਾ ਅਰਥ ਜਿਹੜਾ ਪਰਮਾਰਥ ਹੈ, ਪਰਮਾਤਮਾ ਦੀ ਪ੍ਰਾਪਤੀ ਦਾ। ਜਿੱਥੇ ਤੱਕ ਤੇ ਬੰਦੇ ਦਾ ਸਾਧ ਸੰਗਤ ਜੀ ਦਿਮਾਗ ਕੰਮ ਕਰਦਾ ਉਹ ਵਿਗਿਆਨ ਹੈ। ਜਿੱਥੇ ਦਿਮਾਗ ਕੰਮ ਕਰਨ ਤੋਂ ਹਟ ਜਾਂਦਾ, ਬੰਦੇ ਦੇ ਹੱਥ ਖੜੇ ਹੋ ਜਾਂਦੇ, ਕਹਿੰਦਾ ਮੇਰੇ ਦਿਮਾਗ ਦੀ ਇਹ ਵੱਸ ਦੀ ਗੱਲ ਨਹੀਂ ਹੈ, ਮੈਨੂੰ ਸਮਝ ਨਹੀਂ ਪੈ ਰਹੀ ਇਸ ਤੋਂ ਅੱਗੇ। ਉੱਥੋਂ ਫਿਰ ਪਰਮਾਤਮਾ ਦਾ ਰਸਤਾ, ਭਗਵਾਨ ਦਾ ਪਰਮਾਰਥ ਸ਼ੁਰੂ ਹੁੰਦਾ ਹੈ। ਉਹ ਜਿਹੜਾ ਐਸਾ ਪਰਮਾਰਥ ਹੈ ਉਹਦੇ ਵਿੱਚ ਮੁਗਧ ਅਸੀਂ ਮੂਰਖ ਹਾਂ। ਨਾ ਦੁਨੀਆ ਦੇ ਧੰਦਿਆਂ ਦੀ ਕੋਈ ਸੂਝ ਬੂਝ ਹੈ, ਤੇ ਇਸ ਲਈ ਨਾ ਪਰਮਾਰਥ ਦੀ ਸਾਨੂੰ ਕੋਈ ਖਬਰ ਹੈ। ਸਦਾ ਸੇ ਭਾਈ, ਸੇ ਦਾ ਅਰਥ ਹੈ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਵੱਲੋਂ, ਉਹਦੇ ਗਿਆਨ ਵੱਲੋਂ ਹਮੇਸ਼ਾ ਵਾਸਤੇ ਅਸੀਂ ਮੁਗਧ ਮੂਰਖ ਹੋਏ ਫਿਰਦੇ ਹਾਂ। ਹੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ। ਇੱਕ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣਾ ਜਿਹੜਾ ਸ਼ਬਦ ਉਪਦੇਸ਼ ਸੀ ਉਹ ਸਾਡੇ ਹਿਰਦੇ ਵਿੱਚ ਵਸਾ ਦਿੱਤਾ। ਦੁਨੀਆ ਦੇ ਧੰਦਿਆਂ ਦਾ ਨਹੀਂ ਪਤਾ ਸੀ, ਪਰਮਾਰਥ ਦੀ ਕੋਈ ਸੂਝ ਨਹੀਂ ਸੀ, ਤੇ ਜਦੋਂ ਗੁਰੂ ਨੇ ਸ਼ਬਦ ਹਿਰਦੇ ਵਿੱਚ ਟਿਕਾ ਦਿੱਤਾ, ਉਹਦੇ ਨਾਲ ਮਾਤ ਲੋਕ ਪਰਲੋਕ ਦੋਹਾਂ ਲੋਕਾਂ ਦੀ ਹੀ ਸੋਝੀ ਹੋ ਆਈ ਹੈ। ਪਰ ਵਿਸ਼ੇਸ਼ ਕਰਕੇ ਗਾਸਾ ਗਿਆਨ ਹੋ ਗਿਆ ਹੈ, ਪਰਮਾਰਥ ਦਾ ਵੀ ਪਤਾ ਲੱਗ ਗਿਆ ਵੀ ਪਰਮਾਰਥ ਕਿਵੇਂ ਸਫਲਾ ਕਰਨਾ। ਦੁਨੀਆ ਦੇ ਧੰਦਿਆਂ ਦਾ ਵੀ ਪਤਾ ਲੱਗ ਗਿਆ ਵੀ ਵਿੱਚ ਦੁਨੀਆ ਸੇਬ ਕਮਾਈਐ, ਤਾਂ ਦਰਗਹ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਇਹ ਵੀ ਸੂਝ ਗੁਰੂ ਦੇ ਸ਼ਬਦ ਕਰਕੇ ਹੀ ਪ੍ਰਾਪਤ ਹੋਈ ਹੈ। ਕਿਸੇ ਤਰ੍ਹਾਂ ਦਾ ਕੋਈ ਚੱਜ ਨਹੀਂ ਸੀ, ਗੁਰੂ ਦੇ ਸ਼ਬਦ ਕਰਕੇ ਸਾਰਾ ਹੀ ਪ੍ਰਗਾਸਾ ਅੱਜ ਗਿਆਨ ਪ੍ਰਗਟ ਹੋ ਗਿਆ ਹੈ। ਹਰਿ ਜੀਓ ਤੁਮ ਆਪੇ ਦੇਹੋ 부ਝਾਈ। ਹੇ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਹਰ ਹਰੰਤੀ ਪਾਪਾਨੀ ਦੁਸ਼ਟ ਚਿੱਤ ਆਪੀ ਸਿਮਰਤਾ। ਜਿਹੜਾ ਕੋਈ ਦੁਸ਼ਟ ਚਿੱਤ ਖੋਟੇ ਮਨ ਦੇ ਨਾਲ ਭੈੜੇ ਲਫ਼ਜ਼ਾਂ ਦੇ ਵਿੱਚ ਵੀ ਪਰਮਾਤਮਾ ਨੂੰ ਸਿਮਰਤਾ ਯਾਦ ਕਰਦਾ, ਉਹਦੇ ਵੀ ਔਗਣਾਂ ਨੂੰ, ਪਾਪਾਂ ਨੂੰ ਹਰੀ ਪਰਮਾਤਮਾ ਕੱਟ ਦਿੰਦਾ। ਵਾਹਿਗੁਰੂ ਦਾ ਕਿਸੇ ਨਾਲ ਵੀ ਪਰਮਾਤਮਾ ਦਾ ਵੈਰ ਨਹੀਂ ਹੈ। ਐਸਾ ਉਹ ਹਰੀ ਪਰਮਾਤਮਾ ਜੀਓ ਸਤਕਾਰ ਬੋਧਕ ਪਰਮੇਸ਼ਰ ਜੀ, ਤੁਮ ਆਪੇ ਦੇਹੋ 부ਝਾਈ। ਹੁਣ ਆਪਣੇ ਸਰੂਪ ਦੀ ਜਿਹੜੀ ਸੋਝੀ ਹੈ, ਸਿੱਖਿਆ ਹੈ ਆਪਣੇ ਸਰੂਪ ਦੀ ਪ੍ਰਾਪਤੀ ਦੀ, ਬ੍ਰਹਮ ਗਿਆਨ ਦੀ ਦਾਤ ਦੀ ਜਿਹੜੀ ਪ੍ਰਾਪਤੀ ਹੈ, ਇਹ ਆਪ ਹੀ ਸਾਨੂੰ ਬੁਝਾ ਦੇਣੀ ਕਰੋ, ਸਮਝਾ ਦੇਣੀ ਕਰੋ। ਹਰਿ ਜੀਓ ਤੁਧ ਵਿਟੋ ਵਾਰਿਆ ਸਦਹੀ। ਹੇ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀਓ, ਤੁਧ ਬਿਟੋਂ ਵਾਰਿਆ ਸਦਹੀ। ਅਸੀਂ ਹਮੇਸ਼ਾ ਵਾਸਤੇ ਤੁਧ ਬਿਟੋਂ ਦਾ ਅਰਥ ਤੁਹਾਡੇ ਉੱਪਰੋਂ, ਬਾਰਿਆ ਦਾ ਅਰਥ ਹੁੰਦਾ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਬਲਿਹਾਰ ਜਾਣਾ ਇਹਦਾ ਅੱਖਰੀ ਅਰਥ ਹੈ ਬਲਹਾਰ। ਜਿੱਥੇ ਸਰੀਰ ਦਾ ਬਲ ਵੀ ਹਾਰ ਜਾਵੇ, ਇੰਦਰੀਆਂ ਦਾ ਬਲ ਵੀ ਹਾਰ ਜਾਵੇ, ਮਨ ਦਾ ਬਲ ਵੀ ਹਾਰ ਜਾਵੇ, ਪ੍ਰਾਣਾਂ ਦਾ ਬਲ ਵੀ ਹਾਰ ਜਾਵੇ, ਬਾਕੀ ਦੋਸਤਾਂ ਮਿੱਤਰਾਂ ਦੇ ਹੋਰ ਜਿੰਨੇ ਬਾਹਾਂ ਦੇ ਬਲ ਨੇ ਸਾਰੇ ਹਾਰ ਜਾਣ, ਉੱਥੇ ਬੰਦਾ ਕਹਿੰਦਾ ਮੈਂ ਬਲਿਹਾਰ ਜਾਂਦਾ ਹਾਂ। ਮਹਾਰਾਜ ਮੈਂ ਸਾਰੇ ਤਰ੍ਹਾਂ ਦੇ ਬਲਾਂ ਕਰਕੇ ਹਾਰ ਚੁੱਕਿਆ ਹਾਂ, ਤੁਹਾਡੇ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤੇਰੇ ਨਾਮ ਵਿਟੋ ਬਲ ਜਾਈ। ਆਪ ਜੀ ਦਾ ਜਿਹੜਾ ਸੱਚਾ ਐਸਾ ਨਾਮ ਹੈ, ਉਸ ਨਾਮ ਤੋਂ ਵੀ ਬਲ ਜਾਈ, ਬਲਿਹਾਰ ਜਾਈਏ। ਇੱਕ ਨਾਮੀ ਹੈ, ਇੱਕ ਨਾਮ ਹੈ।
ਨਾਮੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਰੂਪ ਤੇ ਨਾਮ ਉਸ ਪਰਮਾਤਮਾ ਦਾ ਜਿਹੜਾ ਗੁਰੂ ਦਾ ਸ਼ਬਦ ਹੈ, ਤੇ ਇਹ ਸਾਧ ਸੰਗਤ ਨਾਮੀ ਦੇ ਨਾਲੋਂ ਨਾਮ ਜ਼ਿਆਦਾ ਵੱਡਾ ਮੰਨਿਆ। ਕਿਸੇ ਵਿਅਕਤੀ ਨੂੰ ਦਰਵਾਜ਼ੇ ਤੇ ਜਾ ਕਰਕੇ ਨਾਮ ਲੈਣਾ ਪੈਂਦਾ, ਆਟੋਮੈਟਿਕ ਹੀ ਮਨੁੱਖ ਦਰਵਾਜ਼ੇ ਤੇ ਆ ਕੇ ਖੜ ਜਾਂਦਾ। ਪਰਮੇਸ਼ਰ ਵਾਹਿਗੁਰੂ ਦਾ ਵੀ ਨਾਮ ਹੀ ਜਪਣਾ ਪੈਂਦਾ, ਚਾਹੇ ਘਰ ਵਿੱਚ ਬੈਠ ਕੇ ਜਪ ਲਵੇ ਇਕਾਂਤ ਹੋ ਕੇ, ਚਾਹੇ ਕਿਸੇ ਗੁਫਾ ਵਿੱਚ ਬੈਠ ਕੇ ਇਕਾਂਤ ਹੋ ਕੇ ਜਪ ਲਵੇ। ਜਿੰਨੀ ਦੇਰ ਨਾਮ ਜਪੇਗਾ ਨਹੀਂ, ਓਨੀ ਦੇਰ ਸਰੂਪ ਦੀ ਸਖਿਆਤਤਾ ਨਹੀਂ ਹੋਣੀ। ਪਰਮਾਤਮਾ ਵਾਹਿਗੁਰੂ ਜੀ, ਤੇਰੇ ਸਰੂਪ ਤੋਂ ਵੀ ਬਲਿਹਾਰ ਜਾਂਦੇ ਹਾਂ, ਤੇ ਤੇਰੇ ਸਰੂਪ ਨੂੰ ਪ੍ਰਗਟ ਕਰ ਦੇਣ ਵਾਲਾ ਜਿਹੜਾ ਵੱਡਾ ਤੇਰਾ ਨਾਮ ਹੈ, ਉਸ ਨਾਮ ਤੋਂ ਵੀ ਸਦਾ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ। ਰਹਾਉ। ਵਿਸਰਾਮ ਅਸਥਾਈ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ। ਆਮੋ ਸ਼ਬਦ ਮੁਏ ਸ਼ਬਦ ਮਾਰ ਜੀਵਾਲੇ ਭਾਈ। ਹੇ ਭਾਈ, ਅਸੀਂ ਸ਼ਬਦ ਦੀ ਜਿਹੜੀ ਐਸੀ ਕਮਾਈ ਕਰਦਿਆਂ ਹੋਇਆਂ ਮੋਏ ਮਰ ਚੁੱਕੇ ਹਾਂ। ਸ਼ਬਦ ਦੀ ਕਮਾਈ ਕਰਨ ਵਾਲਾ ਮਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਹਾਂ, ਉਹਦੀ ਹੰਗਤਾ ਮਰ ਜਾਂਦੀ, ਉਹਦੀ ਮਮਤਾ ਜਿਹੜੀ ਮੇਰ ਹੈ ਉਹ ਮਰ ਜਾਂਦੀ ਹੈ, ਹਉਮੈ ਹੰਕਾਰ ਉਹਦੇ ਖਤਮ ਹੋ ਜਾਂਦੇ। ਤੇ ਇਸ ਪ੍ਰਕਾਰ ਸ਼ਬਦ ਮਾਰ ਜੀਵਾਲੇ ਭਾਈ, ਜਿਨ੍ਹਾਂ ਨੂੰ ਗੁਰੂ ਸਾਹਿਬ ਆਪਣਾ ਸ਼ਬਦ ਉਪਦੇਸ਼ ਦੇ ਕੇ ਹੰਗਤਾ ਮਮਤਾ ਦੇ ਵੱਲੋਂ ਮਾਰ ਦਿੰਦੇ ਨੇ, ਫਿਰ ਉਹਨਾਂ ਨੂੰ ਜੀਵਾਲੇ ਭਾਈ ਆਪਣੇ ਸਰੂਪ ਦੇ ਵੱਲ ਨੂੰ ਜਿਉਂਦਿਆਂ ਕਰ ਲੈਂਦੇ ਨੇ। ਤੇ ਇਸ ਲਈ ਉਹਨਾਂ ਨੂੰ ਸਰੂਪ ਦੀ ਸਖਿਆਤਤਾ ਹੋ ਜਾਂਦੀ, ਪਰਮਾਤਮਾ ਵਾਹਿਗੁਰੂ ਜੀ ਦਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸਭ ਦੇਹੀ ਮੁਕਤ ਪਾਈ। ਦੁਨੀਆ ਦੇ ਵਿੱਚ ਬਹੁਤ ਸਾਰੇ ਸਾਧਨ ਵਿਅਕਤੀ ਮਨੁੱਖ ਕਰਦੇ ਨੇ। ਕੋਈ ਪੁੱਠਾ ਲਟਕਦਾ ਹੈ ਵੀ ਇਹਦੇ ਕਰਕੇ ਮੈਨੂੰ ਮੁਕਤੀ ਮਿਲ ਜਾਵੇਗੀ। ਪਰਮਾਤਮਾ ਨੇ ਕਹਿਣਾ, ਦੇਖੋ ਵੀ ਕਿੰਨੇ ਸਮੇਂ ਤੋਂ ਪੁੱਠਾ ਲਟਕ ਰਿਹਾ। ਕੋਈ ਬੰਦਾ ਧੂਣੀਆਂ ਤਾਉਂਦਾ ਹੈ ਵੀ ਪਰਮਾਤਮਾ ਕਹੇਗਾ ਕਿੰਨਾ ਔਖਾ ਹੋ ਰਿਹਾ ਹੈ ਤੇ ਇਹਨੂੰ ਮੁਕਤ ਕਰ ਦੇਣਾ ਚਾਹੀਦਾ। ਕੋਈ ਜਲ ਧਾਰੇ ਕਰਦਾ ਹੈ, ਕੋਈ ਭੁੱਖਾ ਬੈਠਦਾ, ਕੋਈ ਵਰਤ ਰੱਖਦਾ, ਕੋਈ ਯੋਗ ਸਾਧਨਾ ਦੀ ਕਮਾਈ ਕਰਦਾ, ਅਨੇਕਾਂ ਤਰ੍ਹਾਂ ਦੇ ਸਾਧਨ ਮਨੁੱਖ ਕਰਦਾ ਹੈ। ਕਾਹਦੇ ਵਾਸਤੇ ਹੋ ਰਿਹਾ? ਕਿ ਪਰਮਾਤਮਾ ਵਿੱਚ ਜਾ ਕੇ ਮਿਲ ਜਾਵਾਂ, ਮੇਰੀ ਮੁਕਤੀ ਕਲਿਆਣ ਹੋ ਜਾਵੇ, ਮੁੜ ਕੇ ਦੁਨੀਆ ਵਿੱਚ ਜੰਮਣ ਮਰਨ ਦੇ ਦੁੱਖ ਨਾ ਝੱਲਣੇ ਪੈਣ। ਇਹ ਜਿਹੜੀ ਮੁਕਤੀ ਹੈ ਪ੍ਰਾਪਤ ਕਿਵੇਂ ਹੋਵੇਗੀ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਸਾਧਨ ਜਿੰਨੇ ਮਰਜ਼ੀ ਕਰੀ ਚੱਲੇ ਸਿਫਰਾਂ ਵਰਗੇ ਨੇ। ਸਾਧਨ ਠੀਕ ਨੇ ਤੇ ਕੁਝ ਹੱਦ ਦੇ ਤੱਕ ਨੇ, ਪਰੰਤੂ ਇਹਨਾਂ ਕੱਲਿਆਂ ਕਰਕੇ ਮੁਕਤੀ ਨਹੀਂ ਮਿਲਦੀ। ਸ਼ਬਦੇ ਹੀ ਮੁਕਤ ਪਾਈ। ਗੁਰੂ ਦਾ ਸ਼ਬਦ ਉਪਦੇਸ਼ ਕਮਾ ਕੇ, ਨਾਮ ਸਿਮਰਨ ਅਭਿਆਸ ਜ਼ਿੰਦਗੀ ਵਿੱਚ ਕਮਾਈ ਕਰਕੇ, ਬੰਦਗੀ ਭਗਤੀ ਕਰਕੇ ਫਿਰ ਹੀ ਮੁਕਤੀ ਪਾਈ ਪ੍ਰਾਪਤ ਕਰੀਦੀ ਹੈ। ਸਾਧਨ ਸਿਫਰਾਂ ਵਰਗੇ ਨੇ, ਪਰਮੇਸ਼ਰ ਵਾਹਿਗੁਰੂ ਦਾ ਨਾਮ ਅੰਕਾਂ ਵਰਗਾ ਹੈ। ਏਕਾ ਲਾ ਦਿਆਂਗੇ ਤੇ ਮਗਰ ਇੱਕ ਸਿਫਰ 10 ਬਣ ਜਾਣਗੇ, ਇੱਕ ਸਿਫਰ ਹੋਰ ਲਾ ਦਈਏ 10 ਗੁਣਾ ਵੱਧ ਕੇ 100 ਬਣ ਜਾਵੇਗਾ। ਜੇ ਏਕਾ ਨਹੀਂ ਲੱਗਿਆ ਤੇ ਸਿਫਰਾ ਜਿੰਨੀਆਂ ਮਰਜ਼ੀ ਲਿਖੀ ਚੱਲੋ, ਕੋਈ ਕਦਰ ਕੋਈ ਕੀਮਤ ਨਹੀਂ ਪੈਣੀ। ਸਾਧਨ ਜਿੰਨੇ ਮਰਜ਼ੀ ਕਰੀ ਚੱਲੋ, ਸਾਧਨਾ ਦੇ ਨਾਲ ਪਰਮੇਸ਼ਰ ਦਾ ਨਾਮ ਜ਼ਰੂਰ ਜਪਣਾ ਚਾਹੀਦਾ। ਸ਼ਬਦੇ ਹੀ ਮੁਕਤ ਪਾਈ। ਇਹ ਗੁਰੂ ਦਾ ਸ਼ਬਦ ਜੋ ਉਪਦੇਸ਼ ਹੈ, ਇਹਦੀ ਕਮਾਈ ਕਰਕੇ ਹੀ ਕੇਵਲ ਮੋਕਸ਼ਤਾ ਨੂੰ ਪਾਈ ਪ੍ਰਾਪਤ ਕਰੀਦਾ ਹੈ। ਸਬਦੇ ਮਨ ਤਨ ਨਿਰਮਲ ਹੋਆ। ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਜੀਵ ਨੂੰ ਮਿਲੇਗਾ ਕੀ? ਹਰ ਬੰਦਾ ਲਾਲਚ ਰੱਖਦਾ ਮਨ ਦੇ ਅੰਦਰ। ਜ਼ਿਮੀਂਦਾਰ ਫਸਲ ਬੀਜਣ ਲੱਗਦਾ, ਸੋਚਦਾ ਇਹਦਾ ਲਾਭ ਮੈਨੂੰ ਕੀ ਹੋਵੇਗਾ। ਬੱਚਾ ਵਿਦਿਆਰਥੀ ਵਿਦਿਆ ਪੜ੍ਹਦਾ, ਡਿਗਰੀ ਲੈ ਕੇ ਮੈਨੂੰ ਬਾਅਦ ਵਿੱਚ ਇਹਦਾ ਫਲ ਨੌਕਰੀ ਕੀ ਮਿਲੇਗੀ। ਤੇ ਇਸੇ ਪ੍ਰਕਾਰ ਜਿਹੜੇ ਗੁਰੂ ਦੇ ਪਿਆਰੇ ਜਦੋਂ ਸਿਮਰਨ ਕਰਦੇ, ਮਨ ਦੇ ਅੰਦਰ ਸੋਚਦੇ ਨੇ ਕਿ ਸਿਮਰਨ ਦਾ ਫਲ ਮੇਰੀ ਝੋਲੀ ਵਿੱਚ ਕੀ ਪਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸ਼ਬਦੇ ਮਨ ਤਨ ਨਿਰਮਲ ਹੋਆ।
ਜਦੋਂ ਤੂੰ ਸ਼ਬਦ ਦੀ ਕਮਾਈ ਕਰੇਗਾ, ਗੁਰੂ ਦੀ ਰਸਨਾ ਤੋਂ ਉਪਦੇਸ਼ ਲੈ ਕੇ ਜਪੇਗਾ, ਉਹਦੇ ਕਰਕੇ ਤੇਰਾ ਜਿਹੜਾ ਮਨ ਹੈ ਇਹ ਵੀ ਨਿਰਮਲ ਉਜਲਾ ਹੋ ਜਾਵੇਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਸ਼ਬਦ ਦੀ ਕਮਾਈ ਕਰਕੇ ਦੂਰ ਹੋਵੇਗੀ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਮਨ ਵੀ ਉਜਲਾ ਹੋ ਜਾਣਾ। ਇਹਦੇ ਨਾਲ ਤਨ ਜਿਹੜਾ ਸਰੀਰ ਤੇਰਾ ਇਹ ਵੀ ਨਿਰਮਲ ਮੈਲ ਤੋਂ ਰਹਿਤ ਹੋ ਜਾਵੇਗਾ। ਸਾਡੇ ਵੀ ਸਰੀਰ ਨੇ ਮਨਮੁਖ ਜੀਵਾਂ ਦੇ ਤੇ ਗੁਰਮੁਖਾਂ ਦੇ ਵੀ ਸਰੀਰ ਹਨ। ਗੁਰਮੁਖਾਂ ਦੇ ਸਰੀਰਾਂ ਦੇ ਦਰਸ਼ਨ ਕਰਨ ਵਾਸਤੇ ਦੁਨੀਆ ਲੋਚਦੀ ਹੈ। ਉਹਨਾਂ ਗੁਰੂ ਪਿਆਰਿਆਂ ਦੇ ਆ ਕੇ ਚਰਨਾਂ ਦੇ ਉੱਤੇ ਡਿੱਗ ਕਰਕੇ ਬੰਦਾ ਬੜਭਾਗੀ ਸਮਝਦਾ, ਤੇ ਸਾਡੇ ਵਰਗੇ ਮਨਮੁਖਾਂ ਨੂੰ ਬੰਦਾ ਕਹਿੰਦਾ ਇਹਦੇ ਮੱਥੇ ਕੀ ਲੱਗਣਾ। ਇੰਨਾ ਹੀ ਫਰਕ ਹੈ। ਸਿਮਰਨ ਤੋਂ ਬਿਨਾਂ ਤਨ ਦਾ ਵੀ ਸਾਧ ਸੰਗਤ ਜੀ ਨਿਰਮਲਤਾਈ ਵਾਲਾ ਐਸਾ ਜਿਹੜਾ ਸੁਭਾਅ ਨਹੀਂ ਹੋਵੇਗਾ। ਸਿਮਰਨ ਕਰਕੇ ਮਨ ਦੀ ਮੈਲ ਕੱਟੀ ਜਾਣੀ, ਮਨ ਵੀ ਉਜਲਾ ਬਣ ਜਾਂਦਾ, ਤੇ ਤਨ ਜਿਹੜਾ ਹੈ ਇਹ ਵੀ ਨਿਰਮਲ ਮੈਲ ਤੋਂ ਰਹਿਤ ਪਾਵਨ ਬਣ ਜਾਂਦਾ, ਉਜਲਾ ਹੋ ਜਾਂਦਾ ਹੈ। ਹਰ ਵਸਿਆ ਮਨ ਆਈ। ਜਦੋਂ ਹੋਰ ਕਮਾਈ ਸ਼ਬਦ ਦੀ ਕੋਈ ਕਰਦਾ ਹੈ ਗੁਰੂ ਦਾ ਪਿਆਰਾ, ਜਦੋਂ ਮਨ ਦੀਆਂ ਮੈਲਾਂ ਕੱਟੀਆਂ ਗਈਆਂ, ਫਿਰ ਉਸ ਨਿਰਮਲ ਮਨ ਦੇ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਵਾਹਿਗੁਰੂ ਹਰੀ ਆਪ ਹੀ ਆ ਕਰਕੇ ਵਸ ਜਾਂਦਾ, ਆਪਣਾ ਨਿਵਾਸ ਕਰ ਲੈਂਦਾ ਹੈ। ਸ਼ਬਦ ਗੁਰ ਦਾਤਾ ਚਿਤ ਮਨ ਰਾਤਾ। ਇਸ ਪ੍ਰਕਾਰ ਜਿਨ੍ਹਾਂ ਦਾ ਮਨ ਰਾਤਾ ਕਹੀਏ ਰੰਗਿਆ ਗਿਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਅੰਦਰ, ਸ਼ਬਦ ਗੁਰ ਦਾਤਾ, ਉਹਨਾਂ ਨੂੰ ਮੇਰੇ ਦਾਤੇ ਸਤਿਗੁਰੂ ਜੀ ਸ਼ਬਦ ਉਪਦੇਸ਼ ਦੇ ਦਿੰਦੇ। ਉਹਨਾਂ ਦੇ ਹਿਰਦਿਆਂ ਦੇ ਅੰਦਰ ਗੁਰੂ ਦਾ ਸ਼ਬਦ ਜਿਹੜਾ ਟਿਕ ਜਾਂਦਾ ਹੈ। ਹਰ ਸਿਉ ਰਹਿਆ ਸਮਾਈ। ਫਿਰ ਗੁਰੂ ਦਾ ਪਿਆਰਾ ਜੀ ਦੇ ਮਨ ਵਿੱਚ ਨਾਮ ਆ ਕੇ ਸਮਾ ਗਿਆ। ਉਹ ਹਰੀ ਦੇ ਸਰੂਪ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ। ਉਹ ਨਹੀਂ ਕਦੇ ਵੱਖਰਾ ਹੁੰਦਾ। ਜਿਹਨੇ ਸ਼ਬਦ ਦੀ ਕਮਾਈ ਕਰ ਲਈ, ਪਰਮਾਤਮਾ ਵਿੱਚ ਉਹਦੀ ਲੀਨਤਾ ਬਣ ਜਾਂਦੀ ਹੈ। ਸ਼ਬਦ ਨ ਜਾਣ ਹੈ ਸੇ ਅੰਨੇ ਬੋਲੇ। ਸਾਨੂੰ ਸੰਸਾਰ ਵਿੱਚ ਦੇਖਣ ਵਾਸਤੇ ਅੱਖਾਂ ਵੀ ਦਿੱਤੀਆਂ, ਨੇਤਰ ਦਿੱਤੇ ਨੇ ਪਰਮਾਤਮਾ ਨੇ, ਤੇ ਇਹਨਾਂ ਨੇਤਰਾਂ ਨਾਲ ਬੰਦਾ ਦੁਨੀਆ ਨੂੰ ਵੇਖਦਾ ਹੈ। ਤੇ ਪਰੰਤੂ ਸਤਿਗੁਰੂ ਕਹਿੰਦੇ ਸ਼ਬਦ ਨਾ ਜਾਣੈ। ਜੇ ਬੰਦੇ ਨੇ ਇਹ ਨੇਤਰ ਪ੍ਰਾਪਤ ਕਰਕੇ ਵੀ ਗੁਰੂ ਦਾ ਸ਼ਬਦ ਉਪਦੇਸ਼ ਨਾ ਜਾਣੇ, ਜਾਣਨਾ ਕੀਤਾ, ਇਹਨਾਂ ਨੇਤਰਾਂ ਨਾਲ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਕੀਤੇ, ਨੇਤਰਾਂ ਨਾਲ ਬਾਣੀ ਨਹੀਂ ਪੜ੍ਹਨਾ ਕੀਤੀ, ਤੇ ਉਹ ਮਨੁੱਖ ਕਿਹੋ ਜਿਹੇ ਸੇ ਅੰਨੇ। ਉਹਨਾਂ ਨੂੰ ਅੰਨੇ ਕਿਹਾ ਗੁਰੂ ਅਮਰਦਾਸ ਮਹਾਰਾਜ ਜੀ ਨੇ। ਬੋਲੇ ਦਾ ਅਰਥ ਚਾਹੇ ਉਹਨਾਂ ਨੂੰ ਕੰਨਾਂ ਦੀਆਂ ਦਾਤਾਂ ਮਿਲੀਆਂ ਨੇ, ਤੇ ਜੇ ਗੁਰੂ ਦਾ ਸ਼ਬਦ ਸੁਣਿਆ ਹੀ ਨਹੀਂ ਕੰਨਾਂ ਦੇ ਨਾਲ, ਤੇ ਕੰਨਾਂ ਦਾ ਫਾਇਦਾ ਕੀ ਰੱਖਣ ਦਾ। ਤੇ ਇਸ ਲਈ ਉਹ ਮਨੁੱਖ ਬੋਲੇ ਹਨ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਨਹੀਂ ਜਾਣਨਾ ਕੀਤਾ, ਕਮਾਈ ਨਹੀਂ ਕੀਤੀ ਜ਼ਿੰਦਗੀ ਵਿੱਚ, ਉਹ ਅੰਨੇ ਵਿਅਕਤੀ ਨੇ ਅਤੇ ਬੋਲੇ ਬਹਿਰੇ ਕਹੇ ਜਾਂਦੇ ਹਨ। ਸੇ ਕਿਤਿ ਆਈ ਸੰਸਾਰਾ। ਮਨੁੱਖ ਉਹ ਕਾਹਦੇ ਵਾਸਤੇ ਸੰਸਾਰ ਵਿੱਚ ਆਏ ਨੇ, ਤੇ ਉਹਨਾਂ ਦਾ ਜੇ ਨਾ ਆਉਣਾ ਹੁੰਦਾ ਤੇ ਤਾਂ ਵੀ ਸਰ ਜਾਣਾ ਸੀ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਤਾਂ ਸਿਮਰਨ ਕਰਨ ਵਾਸਤੇ ਮਨੁੱਖਾ ਜਨਮ ਦਿੱਤਾ ਸੀ। ਸਿਮਰਨ ਕਰਕੇ ਮਨ ਨਿਰਮਲ ਹੋਣਾ ਸੀ। ਨਿਰਮਲ ਮਨ ਦੇ ਸੰਸਕਾਰ ਪਵਿੱਤਰ ਬਣਨੇ ਸਨ। ਤੇ ਜਦੋਂ ਮਨ ਦੀ ਮੈਲ ਕੱਟੀ ਜਾਵੇ, ਫਿਰ ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਰੂਪ ਹੀ ਦਿਸੇਗਾ। ਸਿਮਰਨ ਕਰਨਾ ਸੀ, ਉਹ ਕੀਤਾ ਨਹੀਂ ਜੀਵ ਨੇ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ। ਜਿਨ੍ਹਾਂ ਨੇ ਸ਼ਬਦ ਨਹੀਂ ਜਾਣਨਾ ਕੀਤਾ, ਉਪਦੇਸ਼ ਦੀ ਕਮਾਈ ਨਹੀਂ ਕੀਤੀ, ਉਹਨਾਂ ਦੇ ਕੋਲ ਮਨ ਤੇ ਬੁੱਧੀ ਰੂਪ ਨੇਤਰ ਨਹੀਂ ਹਨ। ਇਹਨਾਂ ਵਿੱਚ ਵਿਚਾਰ ਦੀ ਜੋਤ ਨਾ ਹੋਣ ਕਰਕੇ ਉਹ ਅੰਨੇ ਹਨ। ਤੇ ਕੰਨ ਕਿਹੜੇ ਨੇ? ਸ਼ਰਧਾ ਤੇ ਵਿਸ਼ਵਾਸ ਦੇ ਜਿਹੜੇ ਕੰਨ ਹਨ, ਇਹ ਨਹੀਂ ਜੀਵ ਦੇ ਕੋਲ। ਇਸ ਕਰਕੇ ਇਹ ਜੀਵ ਬੋਲਾ ਮੰਨਿਆ ਗਿਆ। ਜਿਨ੍ਹਾਂ ਦੇ ਕੋਲ ਮਨ ਤੇ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਹੀਂ ਹੈ, ਜਿਨ੍ਹਾਂ ਕੋਲ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨ ਨਹੀਂ ਹਨ, ਸੇ ਕਿਤ ਆਏ ਸੰਸਾਰ।
ਕਾਦੇ ਵਾਸਤੇ ਸੰਸਾਰ ਵਿੱਚ ਆਏ ਨੇ ਭਾਈ? ਇਹ ਦੈਵੀ ਗੁਣ ਜ਼ਰੂਰ ਹੋਣੇ ਚਾਹੀਦੇ ਹਨ। ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਹਰੀ ਪਰਮਾਤਮਾ ਦਾ ਸਿਮਰਨ ਕਰਕੇ, ਨਾਮ ਦਾ ਅਭਿਆਸ ਕਰਕੇ ਜਿਹੜਾ ਆਤਮਕ ਰਸ ਸੀ ਉਹ ਪ੍ਰਾਪਤ ਨਹੀਂ ਕਰਨਾ ਕੀਤਾ। ਉਹਦੇ ਪ੍ਰਾਪਤੀ ਨਾ ਹੋਣ ਕਰਕੇ ਬਿਰਥਾ ਜਨਮ ਗਵਾਇਆ। ਮਨੁੱਖਾ ਜਨਮ ਹੀਰਿਆਂ ਵਰਗਾ ਸੀ, ਇਹਨੇ ਨਿਸਫਲ ਅਜਾਈ ਹੀ ਗਵਾ ਲੈਣਾ ਕੀਤਾ। ਜਮ ਹੈ ਵਾਰੂ ਵਾਰਾ। ਫਿਰ ਇਹ ਜੀਵ ਬਾਰ-ਬਾਰ ਜੰਮਦਾ ਹੈ ਤੇ ਬਾਰ-ਬਾਰ ਹੀ ਮਰੀ ਜਾਂਦਾ ਹੈ। ਇਹ ਮਨੁੱਖਾ ਜਨਮ ਹੀ ਹੈ। ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁਖ ਪਾਏਂਦਾ। ਇਸ ਮਨੁੱਖਾ ਜਨਮ ਦੇ ਵਿੱਚ ਇਸ ਦੇ ਕੋਲੋਂ ਕਿੱਥੋਂ ਮੁਕਤੀ ਭਾਲਦਾ ਹੈ? ਤੇ ਜਦੋਂ ਇਹ ਪੌੜੀ ਛੁੱਟ ਜਾਂਦੀ, ਮਨੁੱਖਾ ਜਨਮ ਹੱਥੋਂ ਖਿਸਕ ਗਿਆ ਤੇ ਫਿਰ 84 ਲੱਖ ਜੂਨਾਂ ਦਾ ਚੱਕਰ ਤਿਆਰ ਹੋ ਜਾਂਦਾ। ਕਦੇ ਕਿਸੇ ਜੂਨੀ ਵਿੱਚ ਜਾ ਕੇ ਜੰਮੈ ਜਨਮ ਲੈਂਦਾ ਹੈ, ਫਿਰ ਉਹ ਜੂਨੀ ਭੋਗ ਕੇ ਮਰ ਜਾਂਦਾ। ਕਈ ਵਾਰ ਤਾਂ ਇੱਕੋ ਹੀ ਜਿਹੜੇ ਜਨਮ ਬਹੁਤ ਵਾਰੀ ਇੱਕੋ ਜੂਨੀ ਵਿੱਚ ਹੀ ਘੁੰਮਣਾ ਪੈਂਦਾ। 84 ਲੱਖ ਜਿਹੜੀਆਂ ਐਸੀਆਂ ਜੂਨਾਂ, ਉਹਨਾਂ ਵਿੱਚ ਬਾਰੋ ਵਾਰੀ ਮੁੜ ਮੁੜ ਕੇ ਜੰਮਦਾ ਤੇ ਮਰਦਾ ਰਹਿੰਦਾ ਹੈ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ। ਜਿਵੇਂ ਬਿਸ਼ਟਾ ਗੰਦਗੀ ਦੇ ਵਿੱਚ ਪੈਦਾ ਹੋਏ ਜਿਹੜੇ ਕੀੜੇ ਕਿਰਮ ਹੋਇਆ ਕਰਦੇ, ਉਹ ਬਿਸ਼ਟਾ ਮਾਹੇ ਸਮਾਣੇ ਗੰਦਗੀ ਦੇ ਵਿੱਚ ਹੀ ਜਾ ਕੇ ਸਮਾਉਂਦੇ ਨੇ। ਉਹਨਾਂ ਦੀ ਪੈਦਾਇਸ਼ ਵੀ ਗੰਦਗੀ ਵਿੱਚੋਂ ਹੁੰਦੀ ਤੇ ਅੰਤਲੇ ਸਮੇਂ ਮਰਨਾ ਵੀ ਗੰਦਗੀ ਦੇ ਵਿੱਚੋਂ ਹੁੰਦਾ, ਕਿਉਂਕਿ ਗੰਦਗੀ ਛੱਡਦੇ ਨਹੀਂ ਹਨ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਪ੍ਰਕਾਰ ਇਹ ਜਿਹੜਾ ਕੀੜੇ ਦੀ ਨਿਆਈ ਜੀਵ ਹੈ, ਇਹ ਬਿਸ਼ਟਾ ਕੇ ਕੀੜੇ, ਬਿਸ਼ਟਾ ਬਕਾਰਾਂ ਦਾ ਕੀੜਾ ਬਣ ਗਿਆ। ਬਿਸ਼ਟਾ ਮਾਹੇ ਸਮਾਣੇ 5 ਜਿਹੜੇ ਬਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹਦੇ ਵਿੱਚ ਹੀ ਅੰਤਲੇ ਸਮੇਂ ਇਹਨਾਂ ਨੂੰ ਕਮਾਉਂਦਾ ਬਕਾਰ ਭੋਗਦਾ ਹੀ ਮਰ ਜਾਂਦਾ ਹੈ। ਬਕਾਰਾਂ ਵਿੱਚ ਹੀ ਸਾਰਾ ਜੀਵਨ ਇਹਦਾ ਗੁਜ਼ਰ ਜਾਂਦਾ। ਮਨਮੁਖ ਮੁਗਧ ਗੁਬਾਰਾ। ਇਹ ਬਕਾਰ ਕਿਉਂ ਕਰਦਾ ਹੈ? ਜੀਵ ਮਨਮੁਖ ਹੈ। ਇਹ ਮਨ ਦੀ ਸਿੱਖਿਆ ਦੇ ਅਨੁਸਾਰ ਚੱਲਦਾ, ਗੁਰੂ ਦੀ ਸਿੱਖਿਆ ਨਹੀਂ ਮੰਨਦਾ। ਜੋ ਮਨ ਕਹਿੰਦਾ ਉਹ ਮਨ ਦੇ ਅਨੁਸਾਰ ਤੁਰਦਾ। ਇਸ ਲਈ ਮਨ ਕਦੋਂ ਕਹੇਗਾ ਵੀ ਇਹਨਾਂ ਬਕਾਰਾਂ ਦਾ ਤਿਆਗ ਕਰ ਦੇ? ਮਨ ਤੇ ਪ੍ਰੇਰਣਾ ਦੇ ਕੇ ਜੀਵ ਨੂੰ ਲਾਉਂਦਾ ਹੈ ਬਕਾਰਾਂ ਦੇ ਵੱਲ। ਮਨ ਦੀ ਸਿੱਖਿਆ ਮਗਰ ਚੱਲਣ ਕਰਕੇ ਮਨਮੁਖ ਹੈ। ਤੇ ਮੁਗਧ ਗੁਵਾਰਾ, ਪਰਮਾਰਥ ਦੇ ਵੱਲੋਂ ਮੁਗਧੇ ਬੇਸਮਝੇ ਨੂੰ ਪਤਾ ਹੀ ਨਹੀਂ ਪਰਮਾਰਥ ਦਾ। ਬਕਾਰਾਂ ਵਿੱਚ ਖਚਿਤ ਹੋ ਕੇ ਕਹਿੰਦਾ ਬਕਾਰਾਂ ਦੇ ਸੁੱਖ ਸਦੀਵ ਹਨ, ਪਰਮਾਰਥ ਕਿਹਨੇ ਵੇਖਿਆ, ਅੱਗਾ ਕਿਹਨੇ ਵੇਖਿਆ ਹੈ। ਗੁਬਾਰਾ ਦਾ ਅਰਥ ਘੁੱਪ ਹਨੇਰਾ ਹੈ। ਇਹਦੇ ਅੰਦਰ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਪਿਆ ਹੈ। ਆਪੇ ਕਰ ਵੇਖੈ ਮਾਰਗ ਲਾਏ। ਭਾਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹੇ ਭਾਈ, ਇਹ ਸਾਰਾ ਜੋ ਕੁਝ ਵੀ ਹੈ ਆਪੇ ਕਰ ਵੇਖੈ। ਪਰਮਾਤਮਾ ਵਾਹਿਗੁਰੂ ਆਪੇ ਹੀ ਦੁਨੀਆ ਨੂੰ ਪੈਦਾ ਕਰਦਾ ਹੈ। ਫਿਰ ਵੇਖੈ ਦਾ ਅਰਥ ਇਹਨਾਂ ਜੀਵਾਂ ਦੀ ਸੰਭਾਲ ਵੀ ਵਾਹਿਗੁਰੂ ਆਪੇ ਕਰਦਾ ਹੈ। ਫਿਰ ਮਾਰਗ ਲਾਏ, ਚੰਗੇ ਮਾਰਗ ਰਸਤੇ ਤੇ ਮੰਦੇ ਮਾਰਗ ਰਸਤੇ ਤੇ ਲਾਉਣਾ, ਇਹ ਵੀ ਪਰਮੇਸ਼ਰ ਵਾਹਿਗੁਰੂ ਦੇ ਵੱਸ ਹੈ। ਤੇ ਇੱਥੇ ਹੁਣ ਇਹ ਵੀ ਨਹੀਂ ਹੋ ਸਕਦਾ ਵੀ ਚੰਗੇ ਮੰਦੇ ਕਰਮ ਜਿਹੜੇ ਨੇ ਜੀਵ ਕਰਦੇ ਇਹ ਪਰਮਾਤਮਾ ਕਰਵਾਉਂਦਾ ਹੈ। ਇਹ ਇਕੱਲਾ ਬ੍ਰਹਮ ਗਿਆਨੀ ਕਹਿ ਸਕਦਾ, ਜਿਹਨੇ ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖ ਲਿਆ। ਅਸੀਂ ਜਣਾ ਖਣਾ ਮਨੁੱਖ ਨਹੀਂ ਕਹਿ ਸਕਦਾ। ਜੇ ਮਾੜੇ ਕਰਮ ਹੁੰਦੇ ਪਰਮਾਤਮਾ ਦੇ ਵੱਸ ਹੈ, ਚੰਗੇ ਹੁੰਦੇ ਪਰਮਾਤਮਾ ਦੇ ਵੱਸ ਨੇ। ਇਹ ਬੰਦੇ ਦੀ ਵਾਸ਼ਨਾ ਕਰਵਾਉਂਦੀ ਹੈ। ਅੰਤਲੇ ਸਮੇਂ ਜਦੋਂ ਸਰੀਰ ਛੱਡਦਾ, ਜਿਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ। ਜਿਹੋ ਜੀ ਬਾਸ਼ਨਾ ਲੈ ਕੇ ਮਰ ਗਿਆ, ਉਹੋ ਜਿਹਾ ਜਨਮ ਮਿਲ ਜਾਣਾ। ਪਿੱਛੇ ਵੀ ਵਾਸ਼ਨਾ ਤੁਰੀ ਆਉਂਦੀ ਹੈ ਮਨ ਦੇ ਅੰਦਰ। ਉਹ ਜਿਹੜੀ ਵਾਸ਼ਨਾ ਚੰਗੀ ਹੈ ਤੇ ਪਰਮਾਤਮਾ ਵਾਸ਼ਨਾ ਚੰਗੀ ਵੇਖ ਕੇ ਚੰਗੇ ਮਾਰਗ ਰਸਤੇ ਵੱਲ ਤੋਰ ਦਿੰਦਾ। ਮਾੜੀ ਵਾਸ਼ਨਾ ਹੈ ਕਿਸੇ ਦੇ ਅੰਦਰ ਤੇ ਮਾੜੇ ਕਰਮਾਂ ਦੇ ਵੱਲ ਨੂੰ ਜੀਵ ਤੁਰ ਪੈਂਦਾ ਹੈ। ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਭਾਈ, ਇਹ ਸਾਰੀਆਂ ਖੇਡਾਂ ਪਰਮੇਸ਼ਰ ਵਾਹਿਗੁਰੂ ਜੀ ਦੀਆਂ ਨੇ।
ਤੇ ਆਪ ਹੀ ਪਰਮਾਤਮਾ ਵਾਹਿਗੁਰੂ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਬਚਨ ਸਤਿਗੁਰੂ ਕਹਿੰਦੇ ਨੇ, ਜਣਾ ਖਣਾ ਵਿਅਕਤੀ ਇੰਨੇ ਉੱਚੇ ਬਚਨ ਨਹੀਂ ਕਹਿ ਸਕੇਗਾ। ਫਿਰ ਤਾਂ ਪਰਮਾਤਮਾ ਹੀ ਸਭ ਕੁਝ ਕਾਰਨ ਕਰਵਾਉਣ ਵਾਲਾ। ਜਦੋਂ ਚੰਗੇ ਕਰਮ ਕਰਦਾ ਬੰਦਾ ਕਹਿੰਦਾ ਮੈਂ ਕੀਤੇ ਨੇ, ਮੇਰੇ ਕਰਕੇ ਆ ਕੰਮ ਹੋ ਗਿਆ। ਮਾੜਾ ਕਰਮ ਹੋਇਆ ਤੇ ਕਹਿੰਦੇ ਰੱਬ ਨੇ ਕਰਵਾ ਦਿੱਤਾ, ਕਰਮਾਂ 'ਚ ਹੀ ਲਿਖਿਆ ਹੋਇਆ ਸੀ। ਉਦੋਂ ਪਰਮਾਤਮਾ ਨੂੰ ਲੈ ਲਿਆ, ਚੰਗੇ ਕਰਮ ਮੈਂ ਕੀਤੇ ਨੇ। ਇਹ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਨਹੀਂ ਹੋਇਆ ਕਰਦੀ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਜੋ ਕੁਝ ਹੁੰਦਾ ਸੁਤੇ ਸਿੱਧੋ ਪਰਮਾਤਮਾ ਦਾ ਰੂਪ ਹੀ ਸਭਨਾਂ ਨੂੰ ਵੇਖਦੇ ਨੇ। ਉਸ ਅਵਸਥਾ ਦੇ ਵਿੱਚ ਇਹ ਬਚਨ ਸਤਿਗੁਰੂ ਕਰਦੇ ਨੇ, ਆਪੇ ਕਰ ਵੇਖੈ ਮਾਰਗ ਲਾਏ ਭਾਈ। ਆਪ ਹੀ ਜੀਵਾਂ ਨੂੰ ਪੈਦਾ ਕਰਦਾ, ਆਪ ਹੀ ਵੇਖੈ ਪਾਲਣਾ ਕਰਦਾ ਹੈ। ਚੰਗੇ ਮੰਦੇ ਮਾਰਗ ਰਸਤਿਆਂ ਵਿੱਚ ਭਾਈ ਪਰਮੇਸ਼ਰ ਵਾਹਿਗੁਰੂ ਬਾਸ਼ਨਾ ਕਰਕੇ ਜੀਵਾਂ ਨੂੰ ਲਾਉਣਾ ਕਰਦਾ। ਤਿਸ ਬਿਨ ਅਵਰ ਨਾ ਕੋਈ, ਤਿਸ ਵਾਹਿਗੁਰੂ ਜੀ ਤੋਂ ਬਿਨਾ, ਤਿਸ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾ ਦੂਜਾ ਕੋਈ ਵੀ ਨਹੀਂ ਹੈ। ਪਰਮਾਤਮਾ ਦੇ ਵਸ ਹੈ, ਗੁਰੂ ਦੇ ਵਸ ਵਿੱਚ ਹੈ। ਜੋ ਤੁਰ ਲਿਖਿਆ ਸੋ ਕੋਈ ਨਾ ਮੇਟਾ ਭਾਈ। ਹੇ ਮੇਰੇ ਭਾਈ ਭਰਾਤਾ ਗੁਰੂ ਦੇ ਪਿਆਰੇ ਗੁਰਮੁਖ ਜਨੋ, ਜੋ ਪਰਮਾਤਮਾ ਨੇ ਧੁਰੋਂ ਮਸਤਕ ਦੇ ਵਿੱਚ ਲੇਖ ਲਿਖ ਕੇ ਪਾ ਦਿੱਤੇ ਨੇ, ਗੁਰੂ ਤੋਂ ਬਿਨਾ ਤੇ ਪਰਮਾਤਮਾ ਤੋਂ ਬਿਨਾ ਤੀਜਾ ਬੰਦਾ ਨਹੀਂ ਕੋਈ ਮੇਟ ਸਕਦਾ ਹੈ। ਕਿਉਂਕਿ ਲੇਖ ਨਾ ਮੇਟਾਈ ਹੈ ਸਖੀ, ਜੋ ਲਿਖਿਆ ਕਰਤਾਰ। ਕਰਤਾਰ ਵਾਹਿਗੁਰੂ ਦਾ ਲਿਖਿਆ, ਕਰਤਾਰ ਪਰਮਾਤਮਾ ਹੀ ਮੇਟੇਗਾ। ਗੁਰੂ ਸਾਹਿਬ ਪਰਮਾਤਮਾ ਦਾ ਰੂਪ ਨੇ, ਗੁਰੂ ਸਾਹਿਬ ਮੱਥੇ ਦੀਆਂ ਰੇਖਾ ਮੇਟ ਦਿੰਦੇ ਨੇ। ਪਰਮਾਤਮਾ ਜੀ ਤੋਂ ਬਿਨਾ, ਮੇਰੇ ਪੂਰੇ ਗੁਰੂ ਤੋਂ ਬਿਨਾ ਧੁਰੋਂ ਲਿਖਿਆ ਹੋਇਆ ਲੇਖ ਜਿਹੜਾ ਕਰਮ ਹੈ ਕੋਈ ਮੇਟ ਨਹੀਂ ਸਕੇਗਾ। ਕਰਤਾ ਕਰੇ ਸੋ ਹੋਈ, ਉਹ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਕਰੇ, ਜੋ ਕੁਝ ਕਰੇ ਕਰਦਾ ਹੈ, ਸੋ ਹੋਈ ਉਹੀ ਪਿੱਛੇ ਹੋਇਆ ਹੈ। ਜੋ ਪਰਮਾਤਮਾ ਕਰਦਾ ਸੋ ਹੋਈ ਅੱਜ ਹੋ ਰਿਹਾ ਹੈ। ਜੋ ਪਰਮਾਤਮਾ ਨੇ ਕਰੇ ਕਰਨਾ ਹੈ ਸੋ ਹੋਈ ਆਉਣ ਵਾਲੇ ਭਵਿੱਖਤ ਸਮੇਂ ਵਿੱਚ ਉਹ ਹੋ ਕੇ ਰਹੇਗਾ। ਪਰਮਾਤਮਾ ਵਾਹਿਗੁਰੂ ਜੀ ਦਾ ਕੀਤਾ ਹੋਇਆ ਤਿੰਨਾਂ ਕਾਲਾਂ ਦੇ ਵਿੱਚ ਹੀ ਸੱਚ ਹੁੰਦਾ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਿਆ ਦਿੰਦੇ, ਹੈ ਭਾਈ ਗੁਰੂ ਦੇ ਪਿਆਰੇ ਗੁਰਮੁਖ ਜਨੋ, ਨਾਨਕ ਨਾਮ ਵਸਿਆ ਮਨ ਅੰਤਰ। ਜਿਨ੍ਹਾਂ ਗੁਰੂ ਦੇ ਪਿਆਰਿਆਂ ਦੇ ਮਨ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਆ ਕੇ ਵਸ ਗਿਆ, ਲੀਨ ਹੋ ਗਿਆ, ਨਾ ਦੂਜਾ ਕੋਈ। ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ? ਉਹ ਕਹਿੰਦੇ ਪਰਮਾਤਮਾ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਹੈ। ਜਿਹਦੇ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਉਹਨੇ ਦੂਜੇ ਦੇ ਕੀ ਵੇਖਣਾ ਹੈ? ਜਿਹੜਾ ਆਪਣੇ ਅੰਦਰ ਜੀਵ ਆਤਮਾ ਨੂੰ ਪਰਮਾਤਮਾ ਦਾ ਰੂਪ ਕਰਕੇ ਤੱਕਦਾ, ਉਹ ਕਹਿੰਦਾ ਜਿੰਨੀਆਂ ਵੀ ਆਤਮਾਵਾਂ ਸਰੀਰ ਵਾਹਿਗੁਰੂ ਸੰਸਾਰ ਦੇ ਵਿੱਚ ਨੇ, ਜਿੰਨੇ ਸਰੀਰ ਨੇ ਆਤਮਾ ਕਰਕੇ ਚੱਲਦੇ ਨੇ। ਆਤਮਾ ਨਿਕਲ ਗਈ ਤੇ ਉਸੇ ਵੇਲੇ ਸਾਡਾ ਸਰੀਰ ਮਿੱਟੀ ਦੀ ਢੇਰੀ ਹੋ ਜਾਣਾ। ਗੁਰਮੁਖ ਪਿਆਰਾ ਜੀ ਨੇ ਆਪਣੇ ਆਤਮਿਕ ਰਸ ਆਨੰਦ ਨੂੰ ਪਾ ਲਿਆ, ਮਾਣ ਲਿਆ। ਉਹ ਸਾਰਿਆਂ ਦੇ ਅੰਦਰ ਪਰਮਾਤਮਾ ਦੇ ਰੂਪ ਨੂੰ ਵੇਖਦਾ, ਕਹਿੰਦਾ ਦੂਜਾ ਹੈ ਹੀ ਨਹੀਂ ਪਰਮਾਤਮਾ ਤੋਂ ਬਿਨਾ ਕੋਈ। ਉਹ ਫਿਰ ਕਹਿੰਦਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕਿਹੜਾ ਮੂਰਖ ਹੈ? ਜੇ ਇੱਕ ਨੂੰ ਮੂਰਖ ਕਹਾਂਗੇ ਦੂਜਾ ਸਿਆਣਾ ਬਣੇਗਾ। ਇਹ ਬੰਦਾ ਸਿਆਣਾ ਹੈ, ਉਹਦੇ ਸਾਹਮਣੇ ਬੈਠਾ ਮੂਰਖ ਬਣ ਜਾਣਾ। ਦੁਬਿਧਾਵਾਦ ਇਸ ਪ੍ਰਕਾਰ ਉੱਥੇ ਦੁਚਿੱਤੀ ਪੈ ਜਾਂਦੀ। ਇਹ ਗੁਰਮੁਖਾਂ ਦੇ ਮਨਾਂ ਵਿੱਚ ਨਹੀਂ ਹੁੰਦਾ। ਉਹ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਹੁਣ ਜੋ ਲੜੀਵਾਰ ਕਥਾ ਪਾਵਨ ਸਥਾਨਾਂ 'ਤੇ ਚੱਲ ਰਹੀ ਹੈ, ਇੱਕ ਪਾਵਨ ਜੋ ਸ਼ਬਦ ਹੈ, ਇੱਕ ਪੌੜੀ, ਉਸ ਦੀ ਵਿਚਾਰ ਰਲ ਮਿਲ ਕਰਕੇ ਸਾਂਝੀ ਕਰ ਲਈਏ ਜੀ। ਲਸਕਰੀਆ ਕਰ ਸੰਮਲੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਇਹ ਪਾਵਨ ਬਾਣੀ ਓੰਕਾਰ। ਇਸ ਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ।
ਇਸ ਬਾਣੀ ਦੀਆਂ 44 ਜਿਹੜੀਆਂ ਪੌੜੀਆਂ ਨੇ ਇਹ ਸੰਪੂਰਨ ਹੋ ਚੁੱਕੀਆਂ ਨੇ। ਅੱਗੇ 45ਵੀਂ ਜਿਹੜੀ ਪੌੜੀ ਹੈ, ਇਸ ਦੁਆਰਾ ਸਤਿਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ, ਲਸਕਰੀਆ ਘਰ ਸੰਭਲੇ। ਬੜਾ ਸੋਹਣਾ ਪ੍ਰਮਾਣ ਸਤਿਗੁਰੂ ਜੀ ਨੇ ਇੱਥੇ ਦਿੱਤਾ ਸਾਨੂੰ ਸਮਝਾਉਣ ਵਾਸਤੇ। ਇਹ ਨਹੀਂ ਹੈ ਕਿ ਗੁਰਬਾਣੀ ਦੇ ਬਾਹਜ ਅਰਥੀ ਨੇ ਸਾਰੇ, ਬਾਹਰਲੀਆਂ ਸਾਖੀਆਂ ਨੇ, ਤੇ ਜਿੰਨੀ ਵੀ ਵਾਹਜ ਗੁਰਬਾਣੀ ਹੈ ਤੇ ਉਹ ਸਾਰੀ ਅੰਤਰੀਵ ਢੁਕਦੀ ਹੈ। ਬਾਹਰਲੇ ਪ੍ਰਮਾਣ ਦਿੱਤੇ ਨੇ ਦੁਨਿਆਵੀ, ਅਸਲ ਦੇ ਅੰਦਰ ਤੇ ਅੰਤਰੀਵ ਗਿਆਨ ਹੈ ਗੁਰਬਾਣੀ ਦੇ ਵਿੱਚ। ਇੱਥੇ ਸਤਿਗੁਰਾਂ ਨੇ ਲਸ਼ਕਰ ਨਾਮ ਹੈ ਫੌਜ ਦਾ, ਤੇ ਜਿਹੜਾ ਦਲ ਹੈ ਕਿਸੇ ਰਾਜੇ ਦਾ, ਉਹਦੀ ਫੌਜ ਹੈ। ਉਸ ਫੌਜ ਦੇ ਵਿੱਚ ਜਿੰਨੇ ਫੌਜੀ ਵੀਰ ਉਹ ਭਰਤੀ ਹੋ ਕਰਕੇ ਸੇਵਾ ਕਰਦੇ ਨੇ ਦੇਸ਼ ਦੀ, ਉਹਨੂੰ ਅਸੀਂ ਜਵਾਨ ਕਹਿ ਦਿੰਦੇ, ਫੌਜੀ ਕਹਿ ਸਕਦੇ ਹਾਂ। ਲਸ਼ਕਰੀਆ ਘਰ ਸੰਭਲੇ, ਤੇ ਜਦੋਂ ਉਹ ਫੌਜ ਦੇ ਵਿੱਚ ਨੌਕਰੀ ਕਰਨ ਵਾਲਾ ਫੌਜੀ ਵੀਰ 1 ਸਾਲ ਤੋਂ ਬਾਅਦ ਆਪਣੀ ਛੁੱਟੀ ਕੱਟਣ ਵਾਸਤੇ ਘਰ ਵਿੱਚ ਆਉਂਦਾ ਹੈ, ਕਿਸੇ ਦੀ 1 ਮਹੀਨੇ ਦੀ ਛੁੱਟੀ ਹੋ ਸਕਦੀ ਹੈ, ਕਿਸੇ ਦੀ 1.5 ਮਹੀਨੇ ਦੀ, ਕਿਸੇ ਦੀ 2 ਮਹੀਨੇ ਦੀ, ਤੇ ਉਹਨਾਂ ਸਮਾਂ ਆ ਕੇ ਆਪਣੇ ਘਰ ਨੂੰ ਸੰਭਾਲਦਾ ਹੈ, ਬੱਚਿਆਂ ਨੂੰ ਸੰਭਾਲਦਾ, ਮਾਤਾ ਪਿਤਾ ਨਾਲ ਸੰਬੰਧੀਆਂ ਦੇ ਨਾਲ ਆ ਕੇ ਮਿਲਦਾ ਗਿਲਦਾ ਹੈ, ਤੇ ਆਪਣੇ ਘਰ ਨੂੰ ਉਹਨਾਂ ਸਮਾਂ ਉਹ ਸੰਭਾਲਣਾ ਕਰਦਾ। ਲਸ਼ਕਰੀ ਦਾ ਅਰਥ ਫੌਜ ਦੇ ਅੰਦਰ ਨੌਕਰੀ ਕਰਨ ਵਾਲਾ ਫੌਜੀ ਵੀਰ ਜਦੋਂ ਆਪਣੇ ਘਰ ਨੂੰ ਆ ਕੇ 1-2 ਮਹੀਨਿਆਂ ਦੇ ਵਾਸਤੇ ਸੰਭਾਲਣਾ ਕਰਦਾ ਹੈ, ਆਏ ਵਜਹੋ ਲਿਖਾਏ, ਉਸ ਨੂੰ ਦਲ ਦੇ ਵਿੱਚੋਂ, ਸੈਨਾ ਦੇ ਵਿੱਚੋਂ, ਫੌਜ ਦੇ ਵਿੱਚੋਂ ਆਉਣ ਦੇ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਹੈ। ਉਹਨੂੰ ਛੁੱਟੀ ਦਾ ਪੱਤਰ ਦਿੱਤਾ ਜਾਂਦਾ ਹੈ ਤੇ ਉਹਨੂੰ ਵਜਹੋ ਕਹਿੰਦੇ ਨੇ, ਜਾਂ ਵਜਹੋ ਦਾ ਅਰਥ ਵਿਦਵਾਨਾਂ ਨੇ ਤਨਖਾਹ ਵੀ ਕੀਤਾ ਹੈ, ਵਜਹੋ ਦਾ ਅਰਥ ਵਜੀਫਾ ਵੀ ਕੀਤਾ ਹੋਇਆ। ਕਿੰਨਿਆਂ ਨੂੰ ਵਜੀਫੇ ਪ੍ਰਾਪਤ ਹੁੰਦੇ ਨੇ, ਤੇ ਇਹ ਜਿਹੜੀ ਤਨਖਾਹ ਆਦਿਕ ਪੱਤਰ ਦੇ ਉੱਤੇ ਲਿਖੀ ਜਾਂਦੀ ਹੈ ਕਿ ਇੰਨੀ ਤੇਰੀ ਛੁੱਟੀ ਬਣਦੀ ਹੈ, ਇੰਨੇ ਸਮੇਂ ਦੀ ਆ ਇੰਨੀ ਤਨਖਾਹ ਤੈਨੂੰ ਮਿਲੇਗੀ, ਇੰਨਾ ਤੈਨੂੰ ਵਜੀਫਾ ਦਿੱਤਾ ਜਾਂਦਾ। ਜਿੰਨੀ ਦੇਰ ਉਹ ਵਜਹੋ ਜਿਹੜਾ ਪੱਤਰ ਹੈ ਤਨਖਾਹ ਦਾ ਤੇ ਮਿਲਦਾ ਨਹੀਂ, ਓਨੀ ਦੇਰ ਉਹ ਛੁੱਟੀ ਦਾ ਪੱਤਰ ਲਏ ਤੋਂ ਬਿਨਾਂ ਘਰ ਦੇ ਵੱਲ ਨਹੀਂ ਆ ਸਕੇਗਾ। ਫਿਰ ਜਿੰਨੀ ਉਹਦੇ ਉੱਤੇ ਲਿਖੀ ਹੋਈ ਛੁੱਟੀ 1 ਮਹੀਨਾ 2 ਮਹੀਨੇ ਦੀ, ਉਹਨਾਂ ਸਮਾਂ ਬਸਰ ਕਰਕੇ ਵਾਪਸ ਉਹਨੂੰ ਫੌਜ ਦੀ ਆਪਣੇ ਪਲਟਨ ਦੇ ਵਿੱਚ ਜਾ ਕੇ ਹਾਜ਼ਰ ਹੋਣਾ ਪੈਂਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਤਾਂ ਬਾਹਰੀ ਸਾਨੂੰ ਪ੍ਰਮਾਣ ਦਿੱਤਾ ਇੱਕ ਫੌਜੀ ਵੀਰ ਦਾ, ਤੇ ਅਸਲ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਸਭਨਾਂ ਦਾ ਮਾਲਕ, ਰਾਜਿਆਂ ਦਾ ਰਾਜਾ ਹੈ, ਉਸ ਪਰਮਾਤਮਾ ਵਾਹਿਗੁਰੂ ਜੀ ਦੇ ਅਸੀਂ ਜਿਤਨੇ ਜੀਵ ਹਾਂ ਲਸ਼ਕਰੀ ਫੌਜੀਆਂ ਦੀ ਨਿਆਈ ਨੌਕਰੀ ਕਰਨ ਵਾਲੇ ਹਾਂ। ਤੇ ਘਰ ਕਿਹੜਾ ਹੈ ਸਾਡਾ ਜਿੱਥੇ ਛੁੱਟੀ ਕੱਟਣ ਵਾਸਤੇ ਆਈ ਦਾ? ਇਹ ਮਾਤ ਲੋਕ ਜਿੱਥੇ ਧਰਤੀ ਤੇ ਬੈਠੇ, ਇਹ ਘਰ ਦਿੱਤਾ ਪਰਮਾਤਮਾ ਨੇ। ਫੌਜੀ ਵੀਰ ਨੇ ਸਾਲ ਦੇ ਵਿੱਚੋਂ ਥੋੜ੍ਹੇ ਦਿਨਾਂ ਦਾ ਸਮਾਂ ਘਰ ਵਿੱਚ ਕੱਟਣਾ ਹੈ। ਇਉਂ ਪਰਮਾਤਮਾ ਵਾਹਿਗੁਰੂ ਜੀ ਦੇ ਪਾਸੋਂ ਆਏ ਹਾਂ, ਉਹਦੀ ਨੌਕਰੀ ਭਗਤੀ ਕਰਦੇ ਹਾਂ, ਤੇ ਥੋੜ੍ਹਾ ਜਿਹਾ ਸਮਾਂ ਮਾਤ ਲੋਕ ਵਿੱਚ ਕੱਟ ਕੇ ਪਰਮਾਤਮਾ ਕੋਲ ਹੀ ਚਲੇ ਜਾਣਾ। ਵਜੋਂ ਜਿਹੜੀ ਤਨਖਾਹ ਹੈ, ਵਜੀਫਾ ਹੈ, ਇਹ ਪਰਮਾਤਮਾ ਨੇ ਕਿਹੜਾ ਸਾਨੂੰ ਲਿਖ ਕੇ ਦਿੱਤਾ ਹੈ? ਜਿਹੜੇ 24,000 ਰੋਜ਼ਾਨਾ ਦੇ ਤੈਨੂੰ ਸਵਾਸ ਦਿੱਤੇ ਨੇ। ਸਵਾਸਾਂ ਦਾ ਜਿਹੜਾ ਵਜੋਂ ਇਸ ਪ੍ਰਕਾਰ ਤਨਖਾਹ ਵਜੀਫਾ ਆਦਿਕ ਇਹ ਲਿਖਾ ਕਰਕੇ ਜੀਵ ਮਾਤ ਲੋਕ ਸੰਸਾਰ ਰੂਪੀ ਘਰ ਨੂੰ ਸੰਭਾਲਣ ਵਾਸਤੇ ਥੋੜ੍ਹੇ ਸਮੇਂ ਵਾਸਤੇ ਆਇਆ ਹੈ। ਕਾਰ ਕਮਾਵਹਿ ਸਿਰ ਧਣੀ, ਜਿਹੜੇ ਕੋਈ ਐਸੇ ਨੌਕਰ ਆਪਣੇ ਧਣੀ ਮਾਲਕ ਦਾ ਹੁਕਮ ਮੰਨ ਕਰਕੇ, ਸਿਰ ਦੇ ਉੱਤੇ ਹੁਕਮ ਮੰਨ ਕੇ ਉਹਦੀ ਕਾਰ ਸੇਵਾ ਕਰਦੇ ਨੇ, ਨੌਕਰੀ ਕਰਦੇ ਨੇ, ਚਾਕਰੀ ਕਰਦੇ ਹਨ, ਲਾਹਾ ਪੱਲੇ ਪਾਏ, ਉਹਨਾਂ ਦੇ ਪੱਲੇ ਦੇ ਅੰਦਰ ਬਹੁਤ ਵੱਡਾ ਧਨ ਦਾ ਜਿਹੜਾ ਲਾਹਾ ਲਾਭ ਪ੍ਰਾਪਤ ਹੁੰਦਾ ਹੈ। ਮਾਲਕ ਨੇ ਪਤਾ ਨਹੀਂ ਕਦੋਂ ਖੁਸ਼ ਹੋ ਕਰਕੇ ਕਿੰਨੀ ਬਖਸ਼ਿਸ਼ ਧਨ ਦੌਲਤ ਮਾਇਆ ਕਰਕੇ ਕਰ ਦੇਣੀ ਹੈ।
ਇਸੇ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡਾ ਧਨੀ ਜਿਹੜਾ ਪਰਮਾਤਮਾ ਵਾਹਿਗੁਰੂ ਮਾਲਕ ਹੈ, ਉਸ ਪਰਮਾਤਮਾ ਦਾ ਜਿਹੜਾ ਸਿਰ ਦੇ ਉੱਤੇ ਹੁਕਮ ਮੰਨ ਕੇ ਜਿਹੜੇ ਗੁਰਮੁਖ ਕਾਰ ਕਮਾਵੇ, ਭਗਤੀ ਦੀ ਕਾਰ ਕਮਾਉਂਦੇ ਨੇ, ਸਿਮਰਨ ਦੀ ਕਾਰ ਕਮਾਉਂਦੇ ਨੇ, ਸੇਵਾ ਕਰਦੇ ਨੇ, ਪਰਮਾਤਮਾ ਦਾ ਹੁਕਮ ਮੰਨ ਕੇ ਲਾਹਾ ਪੱਲੇ ਪਾਏ, ਉਹਨਾਂ ਦਾ ਪੱਲਾ ਜਿਹੜੀ ਬੁੱਧੀ ਹੈ, ਇਸ ਬੁੱਧੀ ਰੂਪ ਪੱਲੇ ਵਿੱਚ ਆਤਮਿਕ ਸੁੱਖ ਦਾ ਲਾਹਾ ਪਾ ਲੈਂਦੇ, ਪ੍ਰਾਪਤ ਕਰ ਲੈਂਦੇ ਹਨ। ਲੱਭ ਲੋਭ ਬੁਰਿਆਈਆ, ਲੱਭ ਹੁੰਦਾ ਹੈ ਪਦਾਰਥਾਂ ਨੂੰ ਖਾਣ ਦਾ, ਤੇ ਲੋਭ ਹੁੰਦਾ ਲਾਲਚ ਜਿਹੜੇ ਪਦਾਰਥਾਂ ਨੂੰ ਇਕੱਠੇ ਕਰਨ ਦਾ, ਤੇ ਬੁਰਾਈਆਂ ਦਾ ਅਰਥ ਜਿਹੜੇ ਬੁਰੇ ਕਰਮ ਕਰਦੇ ਹਨ ਜੀਵ। ਛੋਡੇ ਮਨੋਂ ਵਿਸਾਰ, ਇਹੋ ਜਿਹੇ ਜੀਵਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਮਨ ਦੇ ਵਿੱਚੋਂ ਵਿਸਾਰ ਭੁਲਾ ਕਰਕੇ ਛੋਡੇ ਛੱਡ ਦੇਣਾ ਕੀਤਾ। ਜਿਹੜੇ ਖਾਣ ਤੱਕ ਸੀਮਤ ਨੇ, ਵਸਤੂਆਂ ਇਕੱਠੀਆਂ ਕਰਨ ਦੇ ਲਾਲਚੀ ਬੰਦੇ ਨੇ, ਜਿਨ੍ਹਾਂ ਦੇ ਅੰਦਰ ਬੁਰਾਈਆਂ ਖੋਟੇ ਕਰਮ ਆ ਕੇ ਬਸੇ ਨੇ, ਉਹ ਕਹਿੰਦੇ ਪਰਮਾਤਮਾ ਤੋਂ ਕੀ ਲੈਣਾ, ਉਹਨਾਂ ਨੂੰ ਬਾਣੀ ਸੁਣਨੀ ਚੰਗੀ ਨਹੀਂ ਲੱਗਦੀ, ਕਿਉਂਕਿ ਗੁਰਬਾਣੀ ਨੇ ਕਹਿ ਦੇਣਾ ਕਿ ਜਿਹੜਾ ਇਸ ਪ੍ਰਕਾਰ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਵਾਸਤੇ ਦੈਵੀ ਗੁਣਾਂ ਨੂੰ ਧਾਰਨ ਕਰ। ਗੁਰਬਾਣੀ ਤੇ ਕਹਿੰਦੀ ਹੈ ਲੋਭੀ ਕਾ ਬੇਸਾਹੋ ਨਾ ਕੀਚੈ ਜੇ ਕਾ ਪਾਰ ਬਸਾਏ। ਭਰੋਸਾ ਨਾ ਕਰੋ ਲੋਭੀ ਲਾਲਚੀ ਬੰਦੇ ਦੇ ਉੱਤੇ, ਜਿੱਥੇ ਤੱਕ ਬੰਦੇ ਦਾ ਜ਼ੋਰ ਚੱਲੇ। ਹੁਣ ਲੋਭੀ ਬੰਦਾ ਕਦੋਂ ਬਾਣੀ ਸੁਣ ਲਵੇਗਾ? ਲਾਲਚੀ ਬੰਦਾ ਜਿਹੜਾ ਖਾਣ ਦਾ, ਇਕੱਠੇ ਕਰਨ ਦਾ, ਬੁਰੇ ਕਰਮਾਂ ਦਾ ਆਦੀ ਹੈ, ਉਹ ਪਰਮਾਤਮਾ ਦਾ ਸਿਮਰਨ ਕਰਨਾ ਮਨ ਦੇ ਵਿੱਚੋਂ ਹੀ ਵਿਸਾਰ ਦਿੰਦਾ, ਭੁਲਾ ਦਿੰਦਾ, ਜੀਵਨ ਬਰਬਾਦ ਕਰ ਲੈਂਦਾ। ਗੜ ਦੋਹੀ ਪਾਤਸ਼ਾਹ ਕੀ, ਜਿਹੜਾ ਕੋਈ ਜੀਵ ਫੌਜੀ ਵੀਰ ਆਪਣੇ ਗੜ੍ਹ ਕਿਲੇ ਦੇ ਅੰਦਰ ਘੁੰਮਦਾ ਫਿਰਦਾ ਹੋਵੇ, ਆਪਣੇ ਪਾਤਸ਼ਾਹ ਜਿਹੜਾ ਬਾਦਸ਼ਾਹ ਰਾਜਾ ਮਹਾਰਾਜਾ ਹੈ, ਉਹਦੇ ਨਾਮ ਦੀ ਦੁਹਾਈ ਦਿੰਦਾ, ਢੰਡੋਰਾ ਦਿੰਦਾ ਹੋਵੇ, ਕਦੇ ਨਾ ਆਵੈ ਹਾਰ, ਉਸ ਨੂੰ ਕਦੇ ਵੀ ਹਾਰ ਨਹੀਂ ਪ੍ਰਾਪਤ ਹੁੰਦੀ ਹੈ। ਫੌਜੀ ਦੀ ਨਿਆਈ ਇਹ ਜਿਹੜਾ ਜੀਵ ਹੈ, ਤੇ ਕਿਲੇ ਦੀ ਨਿਆਈ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ। ਇਸ ਸਰੀਰ ਕਿਲੇ ਦੇ ਅੰਦਰ ਆਪਣੇ ਪਾਤਸ਼ਾਹ ਪਰਮਾਤਮਾ ਦੇ ਨਾਮ ਦੀ ਜਿਹੜਾ ਦੁਹਾਈ ਦਿੰਦਾ, ਭਗਤੀ ਕਰਦਾ ਹੈ, ਸਰੀਰ ਵਿੱਚ ਸਿਮਰਨ ਕਰਦਾ, ਜਪ ਤਪ ਕਰਦਾ ਹੈ, ਫਿਰ ਸਾਧ ਸੰਗਤ ਜੀ ਉਹ ਕਦੇ ਵੀ ਵਿਕਾਰਾਂ ਦੇ ਅੱਗੇ ਹਾਰਦਾ ਨਹੀਂ ਹੈ। ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕਰਕੇ ਗੁਰਮੁਖ ਜਾਂਦੇ ਹਨ। ਚਾਕਰ ਕਹੀਐ ਖਸਮ ਕਾ, ਜਿਹੜਾ ਖਸਮ ਆਪਣੇ ਮਾਲਕ ਦਾ ਚਾਕਰ ਨੌਕਰ ਕਹਾਉਣਾ ਕਰੇ ਵੀ ਮੈਂ ਤਾਂ ਜੀ ਫਲਾਣੇ ਮਾਲਕ ਦਾ ਨੌਕਰ ਹਾਂ, ਮੈਂ ਫਲਾਣੇ ਦੀ ਨੌਕਰੀ ਕਰਦਾ ਹਾਂ। ਸੋਹੇ ਉੱਤਰ ਦੇ, ਜਦੋਂ ਮਾਲਕ ਸਾਹਮਣੇ ਆ ਕਰਕੇ ਕੋਈ ਕੰਮ ਕਰਨ ਵਾਸਤੇ ਨੌਕਰ ਨੂੰ ਕਹਿਣਾ ਕਰੇ, ਤਾਂ ਸੋਹੇ ਦਾ ਅਰਥ ਹੈ ਮਾਲਕ ਦੇ ਸਾਹਮਣੇ ਹੋ ਕੇ ਉੱਤਰ ਦੇ, ਉਹਨੂੰ ਜਵਾਬ ਦੇ ਦੇਵੇ ਵੀ ਇਹ ਕੰਮ ਮੈਂ ਨਹੀਂ ਕਰ ਸਕਦਾ, ਮੈਨੂੰ ਨਹੀਂ ਤੁਸੀਂ ਕਹਿਣਾ ਅੱਜ ਤੋਂ। ਇਸ ਪ੍ਰਕਾਰ ਦੇ ਨਾਲ ਚਾਕਰ ਕਹੀਐ ਖਸਮ ਕਾ, ਚਾਕਰ ਜਿਹੜਾ ਆਪਣੇ ਆਪ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਭਗਤ ਕਹਾਉਂਦਾ ਹੈ, ਮੈਂ ਜੀ ਭਗਤੀ ਕਰਦਾ ਪਰਮਾਤਮਾ ਵਾਹਿਗੁਰੂ ਜੀ ਦੀ, ਤੇ ਪਰਮਾਤਮਾ ਵਾਹਿਗੁਰੂ ਭਗਤ ਨੂੰ ਕਹਿ ਦੇਵੇ ਵੀ ਤੂੰ ਭਾਣਾ ਮਨ ਮਿੱਠਾ ਕਰਕੇ, ਜੋ ਕੁਝ ਵੀ ਹੋਣਾ ਭਾਣੇ ਅਨੁਸਾਰ ਹੀ ਹੋਵੇਗਾ। ਤੇ ਮਾਲਕ ਦੇ ਅੱਗੇ ਫਿਰ ਭਗਤ ਕਹਿਣਾ ਕਰੇ ਜੀ ਮੈਥੋਂ ਨਹੀਂ ਭਾਣਾ ਮੰਨਿਆ ਜਾਂਦਾ, ਫਿਰ ਉਹ ਕਾਹਦਾ ਭਗਤ ਹੋਇਆ, ਕਾਹਦਾ ਚਾਕਰ ਨੌਕਰ ਹੋਇਆ, ਜਿਹੜਾ ਮਾਲਕ ਦੇ ਅੱਗੇ ਜਵਾਬ ਦੇ ਦੇਣਾ ਕਰੇ। ਵਜਹੋ ਗਵਾਏ ਆਪਣਾ, ਫਿਰ ਜਿਹੜਾ ਵਜਹੋ ਉਹਦਾ ਤਨਖਾਹ ਨਾਮਾ ਹੁੰਦਾ ਹੈ, ਜੋ ਵੀ ਉਹਦਾ ਵਜੀਫਾ ਆਦਿਕ ਪੱਤਰ ਤੇ ਲਿਖਿਆ ਜਾਂਦਾ, ਉਹ ਮਾਲਕ ਨੌਕਰ ਦਾ ਸਾਰਾ ਹੀ ਖਤਮ ਕਰ ਦਿੰਦਾ, ਤਨਖਾਹ ਵੀ ਆਪਣੀ ਗਵਾ ਬੈਠਦਾ ਹੈ। ਤਾਕਤ ਨਾ ਬੈਸ ਹਿੱਸੇ, ਜਿਹੜਾ ਤਾਕਤ ਹੈ ਮਾਲਕ ਦਾ ਉਹਦੇ ਉੱਤੇ ਬੈਠਣਾ ਚਾਹੁੰਦਾ ਹੋਵੇ, ਤੇ ਪਰੰਤੂ ਸਾਧ ਸੰਗਤ ਉਹ ਤਾਕਤ ਦੇ ਉੱਤੇ ਮਾਲਕ ਵਾਲੇ ਤਾਕਤ ਤੇ ਨਹੀਂ ਬੈਠ ਸਕੇਗਾ, ਕਿਉਂਕਿ ਮਾਲਕ ਦੀ ਆਗਿਆ ਨਹੀਂ ਮੰਨਣਾ ਕੀਤੀ, ਉਹਦੇ ਹੁਕਮ ਦੇ ਵਿੱਚ ਨਹੀਂ ਚੱਲਿਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਹੁਕਮ ਮੰਨ ਕਰਕੇ ਹੀ ਸਭ ਕੁਝ ਪ੍ਰਾਪਤ ਕਰੀਦਾ ਹੈ। ਇਸ ਲਈ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਵਜਹੋ ਗਵਾਏ ਆਪਣਾ,
ਜਿਹੜਾ ਪਰਮਾਤਮਾ ਵਾਹਿਗੁਰੂ ਦੇ ਸਾਹਮਣੇ ਭਗਤ ਆਪਣੇ ਆਪ ਨੂੰ ਕਹਾਉਂਦਾ ਤੇ ਪਰਮਾਤਮਾ ਨੂੰ ਜਵਾਬ ਦੇਵੇ ਮੈਥੋਂ ਭਾਣਾ ਨਹੀਂ ਮੰਨਿਆ ਜਾਂਦਾ, ਉਹ ਆਪਣੇ ਵਜੋਂ ਕਹੀਏ ਸਵਾਸਾਂ ਨੂੰ ਵੀ ਗਵਾ ਲੈਂਦਾ ਹੈ। ਸਵਾਸ ਵੀ ਅਜਾਈ ਚਲੇ ਜਾਂਦੇ ਉਸ ਦੇ। ਤੇ ਤਖਤ ਕਿਹੜਾ ਹੈ? ਸਰੂਪ ਦੀ ਪ੍ਰਾਪਤੀ ਦਾ ਤਖਤ, ਉਸ ਦੇ ਉੱਪਰ ਵੀ ਜਾ ਕੇ ਬੈਠਦਾ ਨਹੀਂ, ਆਪਣੇ ਸਰੂਪ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪ੍ਰੀਤਮ ਹੱਥ ਵਡਿਆਈਆ, ਜਿੰਨੀਆਂ ਵੀ ਵਡਿਆਈਆਂ ਨੇ ਇਹ ਤਾਂ ਤਮਾਂ ਤੋਂ ਪਰੇ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਕੋਲ ਹਨ, ਪਰਮਾਤਮਾ ਦੇ ਹੱਥ ਵਸ ਹਨ। ਜੈ ਭਾਵੈ ਤੈ ਦੀ, ਜਿਹੜੇ ਜੀਵ ਪਰਮਾਤਮਾ ਨੂੰ ਭਾਵੈ ਭਾ ਜਾਂਦੇ, ਵਾਹਿਗੁਰੂ ਤੇ ਭਾਵੈ ਭਾਵਨਾ ਰੱਖਦੇ ਨੇ, ਉਹਨਾਂ ਨੂੰ ਪਰਮਾਤਮਾ ਵਡਿਆਈਆਂ ਦਿੰਦਾ। ਕਿਸੇ ਨੂੰ ਤੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਦੇ ਦਿੰਦਾ, ਉਹ ਆਪਣੇ ਆਤਮਕ ਰਸੀਆ ਬਣ ਜਾਂਦਾ। ਕਿਸੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਦੀ ਵਡਿਆਈ ਦੇ ਦਿੰਦਾ, ਉਹ ਸਾਰੀ ਦੁਨੀਆ ਵਿੱਚ ਹੀ ਪਰਮਾਤਮਾ ਦਾ ਰੂਪ ਦੇਖਣ ਲੱਗ ਜਾਂਦਾ। ਇਹ ਸਾਰੀਆਂ ਵਡਿਆਈਆਂ ਮੇਰੇ ਮਾਲਕ ਪਰਮਾਤਮਾ ਦੇ ਹੱਥ ਵਸ ਨੇ। ਜਿਹੜੇ ਭਾਉਂਦੇ ਨੇ ਵਾਹਿਗੁਰੂ ਨੂੰ ਪਿਆਰੇ ਲੱਗਦੇ, ਉਹਨਾਂ ਨੂੰ ਵਾਹਿਗੁਰੂ ਵਡਿਆਈਆਂ ਦੇ ਦਿੰਦਾ। ਆਪ ਕਰੇ ਕਿਸੇ ਆਖੀਐ, ਜਦੋਂ ਆਪ ਹੀ ਪਰਮਾਤਮਾ ਵਾਹਿਗੁਰੂ ਸਭ ਕੁਝ ਕਰਨ ਤੇ ਕਰਵਾਉਣ ਵਾਲਾ ਹੈ, ਤੇ ਫਿਰ ਕਿਸ ਆਖੀਐ? ਹੋਰ ਕਿਹਨੂੰ ਜਾ ਕਰਕੇ ਆਖੀਐ ਕਹਿਣਾ ਕਰੀਏ? ਜਾਂ ਪਰਮਾਤਮਾ ਦੇ ਅੱਗੇ ਕਿਹਨੂੰ ਆਖੀਏ ਵੀ ਮਹਾਰਾਜ ਫਲਾਨਾ ਬੰਦਾ ਇਹੋ ਜਿਹਾ ਹੈ, ਇਹ ਮੂਰਖ ਹੈ ਜੀ, ਆ ਬੜਾ ਸਿਆਣਾ ਹੈ? ਇਹ ਗੱਲਾਂ ਕਿਹਨੂੰ ਕਹਿਣੀਆਂ ਜਦੋਂ ਸਿਆਣਾ ਤੇ ਮੂਰਖਤਾਈ ਦੇਣ ਵਾਲਾ ਪਰਮਾਤਮਾ ਆਪ ਬੈਠਾ ਹੈ। ਪਰਮੇਸ਼ਰ ਵਾਹਿਗੁਰੂ ਦੇ ਅੱਗੇ ਕਿਸੇ ਨੂੰ ਕਹਿਣਾ ਕੁਝ ਨਹੀਂ ਬਣਦਾ। ਅਵਰ ਨਾ ਕੋਈ ਕਰੇ, ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਅਵਰ ਦੂਸਰੇ ਸਥਾਨ ਵਿੱਚ ਕੋਈ ਵੀ ਦੂਸਰਾ ਕਰੇ ਕਰਨ ਵਾਲਾ ਨਹੀਂ ਹੈ। ਜਾਂ ਗੁਰੂ ਕਰ ਸਕਦਾ ਸਭ ਕੁਝ, ਜਾਂ ਪਰਮਾਤਮਾ ਕਰ ਸਕਦਾ। ਗੁਰੂ ਪਰਮੇਸ਼ਰ ਤੋਂ ਬਿਨਾਂ ਤੀਸਰਾ ਕੋਈ ਸ਼ਕਤੀ ਨਹੀਂ ਰੱਖਦਾ ਵੀ ਇਸ ਤਰ੍ਹਾਂ ਕਰ ਦਿਆਂਗੇ। ਕੋਈ ਦੇਵੀ ਦੇਵਤਿਆਂ ਦੀ ਆਰਾਧਨਾ ਕਰਦਾ, ਕੋਈ ਮੜੀਆਂ ਮਸਾਣਾ, ਕੋਈ ਕਬਰਾਂ ਦੀ ਪੂਜਾ ਵਿੱਚ ਲੱਗਿਆ ਹੋਇਆ। ਦੇਵੀ ਦੇਵਤੇ ਜਿਹੜਾ ਕੁਝ ਦਿੰਦੇ ਬੰਦੇ ਦੇ ਕਰਮਾਂ ਚੋਂ ਹੀ ਦਿੰਦੇ ਨੇ। ਕਰਮਾਂ ਤੋਂ ਉੱਚਾ ਉੱਠ ਕੇ ਦੇਵੀ ਦੇਵਤਾ ਕੱਖ ਵੀ ਨਹੀਂ ਦੇ ਸਕੇਗਾ। ਤੇ ਪਰਮਾਤਮਾ ਵਾਹਿਗੁਰੂ ਹੀ ਹੈ ਜਿਹੜਾ ਇੱਕ ਸੁਪਨੇ ਦੇ ਵਿੱਚ ਹੀ ਗੁਰੂ ਰੂਪ ਹੋ ਕੇ ਸਿੱਖ ਦੇ ਕਰਮਾਂ ਨੂੰ ਕੱਟ ਦਿੰਦਾ। ਸੁਪਨੇ 'ਚ ਹੀ ਕਰਮ ਗੁਰੂ ਪਰਮਾਤਮਾ ਦੇ ਬਰਾਬਰ ਦੂਸਰਾ ਕੋਈ ਨਹੀਂ ਹੋ ਸਕਦਾ। ਇਸ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਗੁਰਸਿੱਖਾ ਆਪਣੇ ਗੁਰੂ ਦੇ ਲੜ ਲੱਗ ਜਾ, ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰ, ਤੇਰਾ ਵੀ ਜਿਹੜਾ ਜੀਵਨ ਹੈ ਇਹ ਸਫਲਾ ਹੋਵੇਗਾ। ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਸਾਨੂੰ ਅੱਜ ਬਖਸ਼ੇ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਇੰਨੀ ਕੋ ਕਿਰਪਾ ਕਰ ਦੇਣ, ਸਾਡੇ ਮਨਾਂ ਤੇ ਤਨਾਂ ਵਿੱਚ ਇਹ ਸੁੰਦਰ ਵਿਚਾਰਾਂ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਪ੍ਰੀਤਮ ਹੱਥ ਵਡਿਆਈਆ, ਜੈ ਭਾਵੈ ਤੈ ਦੀ, ਆਪ ਕਰੇ ਕਿਸ ਆਖੀਐ, ਅਵਰ ਨਾ ਕੋਈ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।